ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੇ ਗੌੜੀ ਰਾਗ ਦੇ ਵਿੱਚ ਕਬੀਰ ਜੀ ਦੇ ਸ਼ਬਦ ਲੈ ਰਹੇ ਹਾਂ, ਉਹ 25ਵਾਂ ਸ਼ਬਦ ਲੈਣਾ ਹੈ ਆਪਾਂ ਨੇ 328 ਅੰਗ ਦੇ ਉੱਤੇ 3 to 8। ਕਬੀਰ ਜੀ ਦੇ ਜਿਹੜਾ ਹੈਗਾ ਗੌੜੀ ਰਾਗ ਦੇ ਵਿੱਚ ਸ਼ਬਦ ਲੈ ਰਹੇ ਹਾਂ ਆਪਾਂ ਇੱਕ ਟੌਪਿਕ ਦੇ 25ਵਾਂ ਸ਼ਬਦ, ਔਰ ਜਿਹਦੇ ਵਿੱਚ ਬਹੁਤ ਹੀ ਜਿਹੜਾ ਹੈਗਾ ਕਬੀਰ ਜੀ ਜਿਹੜੇ ਹੈਗੇ ਆਪਾਂ ਨੂੰ ਬਿਲਕੁਲ ਰੋਂਗਟੇ ਖੜੇ ਕਰਨ ਵਾਲੀ ਜਿਹੜੀ ਹੈਗੀ ਆ ਗੱਲਾਂ ਕਰ ਰਹੇ ਆ, ਗਿਆਨ ਦੇ ਰਹੇ ਆਪਾਂ ਨੂੰ। ਇਸ ਤੋਂ ਪਹਿਲਾਂ ਜਿਹੜਾ ਹੈਗਾ ਕਬੀਰ ਜੀ ਨੇ ਆਪਾਂ ਨੂੰ ਦੱਸਿਆ ਸੀਗਾ 24ਵੇਂ ਸ਼ਬਦ ਦੇ ਵਿੱਚ ਬਈ ਸਾਰਾ ਸੰਸਾਰ ਜਿਹੜਾ ਹੈਗਾ ਉਹ ਦਾਤ ਨੂੰ ਚਿੰਬੜਿਆ ਹੋਇਆ, ਦਾਤੇ ਨੂੰ ਛੱਡਿਆ ਹੋਇਆ, ਦਾਤੇ ਨੂੰ ਛੱਡ ਕੇ ਦਾਤ ਚਾਹੀਦੀ ਆ ਉਹਨੂੰ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੁੱਬੀ ਪਰਿਵਾਰ ਦੇ ਪਰਿਵਾਰ ਜਿਹੜੇ ਹੈਗੇ ਵਿਖਿਆ ਜਿਹਦੇ ਵਿੱਚ ਹੀ ਜਿਹੜੇ ਹੈਗੇ ਆਤਮਿਕ ਜੀਵਨ ਖਤਮ ਹੋ ਜਾਂਦਾ, ਇਨਸਾਨ ਦੀ ਮਨੁੱਖੀ ਜੂਨ ਪਾਈ ਹੋਈ ਜਿਹੜੀ ਵਿਅਰਥ ਚਲੇ ਜਾਂਦੀ ਹੈ। ਚੌੜ ਦੇ ਵਿੱਚ ਹੀ ਜਿਹੜਾ ਹੈਗਾ ਰੇ ਨਰ ਨਾਵ ਚੌੜ ਕਤ ਬੋੜੀ, ਹਰਸਿਓ ਤੋੜ ਵਿਖਿਆ ਸੰਗ ਜੋੜੀ ਰਹਾ। ਕਹਿੰਦੇ ਚੌੜ ਦੇ ਵਿੱਚ ਹੀ ਜਿਹੜਾ ਹੈਗਾ ਤੂੰ ਆਪਣੀ ਜੀਵਨ ਦੀ ਮਨੁੱਖੀ ਜੂਨ ਦੀ ਕਿਸ਼ਤੀ ਜਿਹੜੀ ਹੈਗੀ ਆ ਉਹ ਜਿਹੜੀ ਹੈ ਵਿਸ਼ੇ ਵਿਕਾਰਾਂ ਦੇ ਵਿੱਚ, ਜਿਹੜਾ ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਜਿਹੜੀ ਹੈਗੀ ਆਕਾਰ ਦੇ ਵਿੱਚ ਰੂਪ ਦੇ ਵਿੱਚ ਇਹਦੇ 'ਚ ਜਿਹੜੀ ਹੈਗੀ ਡੋਬ ਦਿੱਤੀ। ਔਰ ਕੀ ਮਨੁੱਖ ਦੇਵਤੇ ਜਿਹੜੇ ਹੈਗੇ ਸਾਰੇ ਦੇ ਸਾਰਿਆਂ ਨੂੰ ਇਹੀ ਜਿਹੜੀ ਹੈਗੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਆਕਾਰ ਜਿਹੜੀ ਹੈਗੀ ਆ ਇਹਦੀ ਸਾਰੇ ਜਿਹੜੇ ਹੈਗੇ ਸਾਰਿਆਂ ਦਾ ਜੀਵਨ ਇਸੇ ਅੱਗ ਦੇ ਵਿੱਚ ਸੜ ਰਿਹਾ ਹੈ। ਔਰ ਅੰਦਰ ਹੀ ਮਾਲਕ ਨੇ ਜਿਹੜਾ ਹੈਗਾ ਇਸ ਅੱਗ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਦੇ ਅੰਦਰ ਹੀ ਜਿਹੜੀ ਹੈਗੀ ਆ ਇਹ ਅੰਮ੍ਰਿਤ ਵਾਲੀ ਵਸਤੂ ਪਾਈ ਹੋਈ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਹੈਗੇ ਇਹਨਾਂ ਬਿਖ ਛੇਦ ਰਸ ਪੀਜੈ, ਇਹ ਬਿਖ ਨੂੰ ਹਟਾ ਕੇ ਆਪਾਂ ਅੰਮ੍ਰਿਤ ਰਸ ਪੀ ਸਕਦੇ ਹਾਂ। ਆਹੀ ਖੇਡ ਹੈ ਮਾਲਕ ਪਰਮਾਤਮਾ ਦੀ। ਹੁਣ ਅੱਗੇ ਜਿਹੜੇ ਹੈਗੇ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਗੌੜੀ ਕਬੀਰ ਜੀ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਤਾਰੀ। ਇਹਦੇ ਸਿੰਪਲ ਜਿਹੇ ਜਿਹੜੇ ਹੈਗੇ ਆਪਾਂ ਜੇ ਇਹਦੇ ਜਿਹੜੇ ਹੈਗੇ ਅਰਥ ਕਰੀਏ ਤੇ ਕਹਿੰਦੇ ਜਿਸ ਕੁਲ ਦੇ ਵਿੱਚ ਗਿਆਨ ਨੂੰ ਵਿਚਾਰਨ ਵਾਲਾ ਪੁੱਤ ਨਹੀਂ ਹੈਗਾ ਤੇ ਫਿਰ ਉਹਦੀ ਮਾਂ ਜਿਹੜੀ ਹੈਗੀ ਉਹ ਵਿਧਵਾ ਕਿਉਂ ਨਹੀਂ ਹੋ ਗਈ? ਉਹਨੂੰ ਇਹੋ ਜਿਹਾ ਪੁੱਤ ਜਿਹੜਾ ਹੈਗਾ ਪੈਦਾ ਕਰਨ ਦੀ ਲੋੜ ਕੀ ਸੀਗੀ? ਇਹੋ ਜਿਹੇ ਪੁੱਤ ਜਿਹੜੇ ਗਿਆਨ ਨੂੰ ਨਹੀਂ ਵਿਚਾਰਦੇ। ਹੁਣ ਇੱਥੇ ਪੁੱਤ ਨੂੰ ਔਂਕੜ ਲੱਗੀ ਹੋਈ ਆ। ਹੁਣ ਜਿਹੜੀ ਧੀ ਹੈਗੀ, ਫਿਰ ਜੇ ਧੀ ਨਹੀਂ ਗਿਆਨ ਨੂੰ ਵਿਚਾਰ ਰਹੀ ਤੇ ਫਿਰ ਧੀ ਆ ਸਕਦੀ ਹੈ? ਇਹ ਬਾਣੀ ਜਿਹੜੀ ਹੈਗੀ ਆ ਭਾਈ, ਇਹ ਮਨੁੱਖ ਇਨਸਾਨ ਭਾਵੇਂ ਔਰਤ ਹੈ ਭਾਵੇਂ ਆਦਮੀ ਹੈਗਾ ਭਾਈ, ਕੋਈ ਵੀ ਦੋਨਾਂ ਦੇ ਵਾਸਤੇ ਕਹਿ ਰਹੇ ਆ ਭਾਈ, ਜਿਸ ਕੁਲ ਦੇ ਵਿੱਚ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਤਾਰੀ। ਹੁਣ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਮਾਂ ਨੂੰ ਕਿਉਂ ਗਾਲ ਕੱਢ ਰਹੇ ਆ, ਮਾਂ ਨੂੰ ਕਿਉਂ ਕਹਿ ਰਹੇ ਆ ਕਬੀਰ ਜੀ ਵੀ ਮਾਂ ਵਿਧਵਾ ਕਿਉਂ ਨਹੀਂ ਹੋ ਗਈ? ਮਾਂ ਵਿਧਵਾ ਕਿਵੇਂ ਹੋਏਗੀ? ਜੇ ਪਿਓ ਜਿਹੜਾ ਹੈਗਾ ਮਰੂਗਾ, ਤੇ ਜੇ ਉਹਦਾ ਬੰਦਾ ਮਰੂਗਾ ਤਾਂ ਮਾਂ ਵਿਧਵਾ ਹੋਏਗੀ। ਇਹ ਗੱਲ ਜਿਹੜੀ ਹੈਗੀ ਬੰਦੇ ਤੇ ਜਾ ਰਹੀ ਹੈ ਘੁਮਾ ਫਿਰਾ ਕੇ, ਔਰ ਗੱਲ ਦੋਨਾਂ ਦੇ ਉੱਤੇ ਆ ਰਹੀ ਹੈ। ਇਹਦਾ ਮਤਲਬ ਕਿ ਜ਼ਿੰਮੇਵਾਰੀ ਮਾਂ ਪਿਓ ਦੀ ਹੈਗੀ ਆ ਜਿਹੜਾ ਬੱਚੇ ਨੂੰ ਗਿਆਨ ਵਿਚਾਰੀ ਬਣਾਉਣਾ। ਅੱਗੇ ਉਹਦੇ ਪਿਛਲੇ ਸੰਸਕਾਰ ਕਿਹੇ ਜਿਹੇ ਹੈਗੇ ਉਹਦੇ ਉੱਤੇ ਡਿਪੈਂਡ, ਉਹ ਵੀ ਵਿੱਚ ਜਿਹੜੇ ਹੈਗੇ ਆ ਉਹ ਵੀ ਪ੍ਰਭਾਵਿਤ ਕਰਦੇ ਆ। ਪਰ ਜਿਹੜਾ ਹੈਗਾ ਆਪਾਂ ਨੇ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਭਾਈ। ਜੇ ਮਾਂ ਪਿਓ ਜਿਹੜੇ ਹੈਗੇ ਕੋਈ ਬੱਚਾ ਜਿਹੜਾ ਹੈਗਾ ਉਹਨਾਂ ਤੋਂ ਪੈਦਾ ਹੋ ਰਿਹਾ ਆ ਤੇ ਉਹਨੂੰ ਗਿਆਨ ਵਿਚਾਰੀ ਬਣਾਉਣ ਦਾ ਉਹਨਾਂ ਦੀ ਜ਼ਿੰਮੇਵਾਰੀ ਹੈਗੀ। ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਵੀ ਬੱਚੇ ਨੂੰ ਜਿਹੜਾ ਹੈਗਾ ਇਸ ਧਰਮ ਦਾ ਕਾਹਦੇ ਵਾਸਤੇ ਆਇਆ ਮੈਂ ਦੁਨੀਆ ਦੇ ਵਿੱਚ, ਕਿਉਂ ਆਇਆ ਹੈ, ਕਾਹਦੇ ਵਾਸਤੇ ਮਨੁੱਖ ਸਰੀਰ ਮਿਲਿਆ ਹੋਇਆ, ਕੀ ਕਰਨਾ ਹੈ, ਇਹ ਜਿਹੜਾ ਹੈਗਾ ਗਿਆਨ ਦਾ ਵਿਚਾਰ ਉਹਨਾਂ ਨੂੰ ਬੱਚਿਆਂ ਨੂੰ ਦੇਣਾ।
ਜਿਹ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਤਾਰੀ। ਕਹਿੰਦੇ ਉਹਦਾ ਜਿਹੜਾ ਹੈਗਾ ਬੰਦਾ ਹੀ ਕਿਉਂ ਨਹੀਂ ਮਰ ਗਿਆ। ਜਿਹ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਤਾਰੀ। ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੂਯੋ ਅਪਰਾਧੀ। ਹੁਣ ਦੇਖੋ, ਹੁਣ ਉਹ ਇਨਸਾਨ ਜਿਹੜਾ ਹੈਗਾ ਉਹਦੇ ਬਾਰੇ ਕਹਿ ਰਹੇ ਭਾਈ, ਜਿਹਨੇ ਭਗਤੀ ਨਹੀਂ ਕੀਤੀ, ਦੁਨੀਆ ਦੇ ਵਿੱਚ ਮਨੁੱਖ ਜੂਨ ਪਾ ਲਈ ਆ, ਔਰ ਉਹਨੇ ਭਗਤੀ ਨਹੀਂ ਕੀਤੀ ਦੁਨੀਆ ਦੇ ਵਿੱਚ ਆ ਕੇ, ਰਾਮ ਦੀ ਪਰਮੇਸ਼ਰ ਦੀ ਭਗਤੀ ਧਿਆਨ ਸਿਮਰਨ ਨਹੀਂ ਕੀਤਾ, ਸਾਧਨਾ ਨਹੀਂ ਕੀਤੀ। ਸਿੰਪਲ ਜੀ ਗੱਲ, ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੂਹ ਅਪਰਾਧੀ। ਕਹਿੰਦੇ ਉਹ ਪੈਦਾ ਹੋਣ ਵੇਲੇ ਕਿਉਂ ਨਾ ਮਰ ਗਿਆ ਅਪਰਾਧੀ। ਇੱਥੇ ਹੀ ਅਪਰਾਧੀ ਹੋ ਗਿਆ ਭਾਈ। ਦੇਖੋ ਆਪਾਂ ਅਪਰਾਧੀ ਹੋ ਜਾਂਦੇ ਹਾਂ ਇੱਥੇ। ਧਰਮਰਾਜ ਨੇ ਫੜ ਲੈਣਾ ਆਪਾਂ ਨੂੰ, ਆਪਾਂ ਅਪਰਾਧੀ ਬਣ ਗਏ ਇੱਥੇ। ਜਿਹ ਨਰ ਰਾਮ ਭਗਤ ਨਹਿ ਸਾਦੀ, ਮਨੁੱਖੀ ਸਰੀਰ ਪਾਇਆ ਹੈ, ਭਗਤੀ ਨਹੀਂ ਕਰ ਰਹੇ ਆਪਾਂ, ਤੇ ਅਪਰਾਧੀ ਆ ਭਾਈ। ਉੱਥੇ ਜਿਹੜਾ ਹੈਗਾ ਆਪਾਂ ਨੂੰ ਕਾਲ ਫਰ ਹੋਏਗਾ। ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਉਹ ਤਿਲ ਜਿੰਨਾ ਵੀ ਨਹੀਂ ਮੰਨਦਾ ਭਾਈ। ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੂਹ ਅਪਰਾਧੀ। ਰਹਾਓ ਇੰਨਾ ਦੇਖੋ, ਇੰਨਾ ਜਿਹੜਾ ਹੈਗਾ। ਨਹੀਂ ਤਾਂ ਕਹਿੰਦੇ ਫਾਇਦਾ ਦੱਸ ਫਾਇਦਾ ਕੀ ਹੈ ਤੇਰਾ ਜਨਮ ਲੈਣ ਦਾ, ਕੀ ਫਾਇਦਾ ਹੋਇਆ। ਨਹੀਂ ਪਰ ਰਾਮ ਦੀ ਭਗਤੀ ਨਹੀਂ ਕੀਤੀ ਤੂੰ, ਧਿਆਨ ਸਿਮਰਨ ਨਹੀਂ ਕੀਤਾ, ਤੇ ਫਿਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਲਿਵ ਵਾਲੇ ਰਸਤੇ ਤੇ ਧਿਆਨ ਸਿਮਰਨ ਤੇ ਨਹੀਂ ਗਿਆ, ਤੇ ਫਿਰ ਜਿਹੜਾ ਹੈਗਾ ਉਹਦਾ ਪਰਪਸ ਕੀ ਹੈਗਾ। ਉਹਨੇ ਜਿਹੜਾ ਹੈਗਾ ਉਹਨੇ ਜਾਣਾ ਹੈ, ਫਿਰ ਜਿਹੜਾ ਹੈਗਾ ਮਾਇਆ ਵਾਲੇ ਰਸਤੇ ਤੇ ਜਾਊਗਾ, ਇਹ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਵਿੱਚ ਗਤੀ ਕਰੂਗਾ। ਤੇ ਇਹਦੇ ਨਾਲ ਕੀ ਹੋਊਗਾ, ਇਹਦੇ ਨਾਲ ਜਿਸ ਜਗ੍ਹਾ ਤੇ ਹੈਗਾ ਉਸ ਤੋਂ ਹੋਰ ਥੱਲੇ ਚਲੇ ਜਾਊਗਾ, ਕਾਰਨ ਸ਼ੀਰ ਹੋਰ ਵੱਧ ਜਾਏਗਾ ਉਹਦਾ। ਇਸ ਕਰਕੇ ਕਬੀਰ ਜੀ ਕਹਿੰਦੇ ਆ ਭਾਈ ਕਿਉਂ ਨੈਗੇਟਿਵ ਹੋਣਾ ਹੈ ਬਾਅਦ ਵਿੱਚ, ਕਿਉਂ ਜਿਹੜਾ ਹੈਗਾ ਹੋਰ ਜ਼ਿਆਦਾ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇੰਨਾ ਜ਼ਿਆਦਾ ਦੁਖੀ ਹੋਏਗਾ, ਇੰਨੀਆਂ ਜੂਨਾਂ ਹੋਰ ਭੋਗੇਗਾ, ਤੇ ਇਸ ਤੋਂ ਤਾਂ ਚੰਗਾ ਹੈ ਪਹਿਲਾਂ ਹੀ ਮਰ ਜਾਂਦਾ ਭਾਈ। ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੂਹ ਅਪਰਾਧੀ। ਰਹਾਓ। ਗੁਰੂ ਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਗੰਭੀਰ ਮਸਲਾ ਆ ਗਿਆ ਹੈ। ਨਿੱਜਰ ਸਾਹਿਬ ਅੱਜ ਨਾ ਮੈਂ ਤੇ ਚੱਲ ਗਿਆ ਦਰਬਾਰ ਸਾਹਿਬ। ਨਹੀਂ ਕੋਈ ਗੱਲ ਨਹੀਂ। ਤੇ ਮੈਂ ਸੋਚਿਆ ਮੈਂ ਕਿਹਾ ਕਥਾ ਬੜੀ ਸੀਰੀਅਸ ਚੱਲਣ ਦੀ ਹੈ ਤੇ ਨਿੱਜਰ ਸਾਹਿਬ ਕਹਿਣਗੇ ਬੰਦਾ ਭੱਜ ਗਿਆ। ਨਹੀਂ ਬਹੁਤ ਵਧੀਆ। ਬਸ 1 ਮਿੰਟ ਮੈਂ ਨਾ ਆਪਣਾ ਮਾਈਕ ਲਾ। ਹਾਂਜੀ। ਤਿੰਨ 328 ਅੰਗ ਦੇ ਉੱਤੇ ਹੈਗੇ ਆਪਾਂ। 25ਵਾਂ ਸ਼ਬਦ ਲੈ ਰਹੇ ਹਾਂ। ਹਾਂਜੀ ਨਿੱਜਰ ਸਾਹਿਬ ਸ਼ੁਰੂ ਕਰੋ ਜੀ। ਹਾਂਜੀ ਕਬੀਰ ਜੀ, ਬਹੁਤ ਗੰਭੀਰ ਮਸਲਾ ਲੈ ਲਿਆ ਕਬੀਰ ਜੀ ਨੇ। ਗੌੜੀ ਕਬੀਰ ਜੀ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਤਾਰੀ। ਕਹਿੰਦੇ ਜਿਸ ਕੁਲ ਦੇ ਵਿੱਚ, ਹੁਣ ਪੂਤ ਕਹਿਤਾ ਹੈ ਤੇ ਪੂਤ ਦੇ ਤੱਤੇ ਨੂੰ ਔਂਕੜ ਲੱਗੀ ਹੋਈ ਹੈ, ਤੇ ਇਹਦਾ ਮਤਲਬ ਜਿਹੜਾ ਹੈਗਾ ਪੂਤ ਕਿਹਾ, ਤੇ ਇਹਦਾ ਮਤਲਬ ਧੀ ਜਿਹੜੀ ਹੈਗੀ ਆ ਉਹ ਜਿਹੜੀ ਹੈ ਗਿਆਨ ਤੋਂ ਸਖਣੀ ਹੋ ਸਕਦੀ ਹੈ, ਪੁੱਤ ਨਹੀਂ ਹੋ ਸਕਦਾ। ਨਹੀਂ, ਇਹੋ ਜਿਹੀ ਗੱਲ ਨਹੀਂ ਹੈ ਭਾਈ। ਇਸੇ ਕਰਕੇ ਪੂਤ ਨੂੰ ਜਿਹੜਾ ਹੈਗਾ ਔਂਕੜ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਆ ਭਾਈ ਕੋਈ ਵੀ ਹੋਏ, ਜੇ ਕੁਲ ਦੇ ਵਿੱਚ ਜੇ ਗਿਆਨ ਨੂੰ ਵਿਚਾਰਨ ਵਾਲਾ ਨਹੀਂ ਹੈਗਾ ਕੋਈ, ਜੇ ਉਸ ਕੁਲ ਦੇ ਵਿੱਚ ਜੇ ਕੋਈ ਜਿਹੜਾ ਵੀ ਪੈਦਾ ਹੋ ਰਿਹਾ ਜੇ ਗਿਆਨ ਨੂੰ ਵਿਚਾਰਨ ਵਾਲਾ ਨਹੀਂ ਹੈਗਾ, ਤੇ ਫਿਰ ਉਹਦੀ ਮਾਂ ਜਿਹੜੀ ਹੈਗੀ ਕਿਉਂ ਨਹੀਂ ਵਿਧਵਾ ਹੋ ਗਈ, ਕਿਉਂ ਉਹਨੇ ਜਿਹੜਾ ਹੈਗਾ ਉਹਨੂੰ ਜਨਮ ਦਿੱਤਾ ਭਾਈ। ਵਿਧਵਾ ਦਾ ਮਤਲਬ ਉਹਦਾ ਪਿਓ ਕਿਉਂ ਨਹੀਂ ਖਤਮ ਹੋ ਗਿਆ ਭਾਈ। ਮਾਂ ਪਿਓ ਦੋਨਾਂ ਨੂੰ ਕਬੀਰ ਜੀ ਨੇ ਫੜ ਲਿਆ ਭਾਈ। ਕਹਿੰਦੇ ਦੋਨੋਂ ਹੀ ਕਸੂਰਵਾਰ ਹੈਗੇ ਆ। ਗਿਆਨ ਵਿਚਾਰੀ ਬਣਾਉਣਾ ਮਾਂ ਪਿਓ ਦਾ ਫਰਜ਼ ਆ। ਅੱਗੇ ਬੱਚਾ ਬਣੇ ਨਾ ਬਣੇ, ਆਪਾਂ ਨੇ ਕੋਸ਼ਿਸ਼ ਕਰਨੀ ਹੈ ਗਿਆਨ ਵਿਚਾਰੀ ਬਣਾਉਣ ਦੀ।
ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਤਾਰੀ। ਪਹਿਲਾਂ ਹੁਣ ਗਿਆਨ ਵਿਚਾਰੀ ਦੀ ਗੱਲ ਕਰ ਰਹੇ ਭਾਈ, ਫਿਰ ਉਸ ਤੋਂ ਬਾਅਦ ਹੁਣ ਕਹਿੰਦੇ ਆ ਭਗਤੀ ਦੀ ਗੱਲ ਕਰ ਰਹੇ। ਅਗਲਾ ਸਟੈਪ ਭਗਤੀ ਦਾ ਹੈਗਾ। ਜੇ ਨਰ ਰਾਮ ਭਗਤ ਨਹਿ ਸਾਦੀ, ਜਿਸ ਇਨਸਾਨ ਨੇ ਮਨੁੱਖੀ ਜੂਨ ਪਾ ਕੇ ਤੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਸਾਧਨਾ ਨਹੀਂ ਕੀਤੀ, ਜਨਮਤ ਕਸ ਨਾ ਮੂਓ ਅਪਰਾਧੀ। ਕਹਿੰਦੇ ਉਹ ਪੈਦਾ ਹੋਣ ਵੇਲੇ ਕਿਉਂ ਨਹੀਂ ਮਰ ਗਿਆ? ਉਹ ਅਪਰਾਧੀ ਜਿਹੜਾ ਹੈਗਾ, ਗੁਨਾਹਗਾਰ, ਲੂਣ ਹਰਾਮੀ, ਉਹਨੇ ਆ ਕੇ ਜਿਹੜਾ ਹੈਗਾ ਮਾਇਆ ਦੇ ਵਿੱਚ ਗਤੀ ਕਰਨੀ ਹੈ, ਪਦਾਰਥਾਂ ਦੇ ਵਿੱਚ, ਸਵਾਦ ਦੇ ਵਿੱਚ ਪੂਰਾ ਜੀਵਨ ਲਗਾ ਦੇਣਾ ਉਹਨੇ। ਔਰ ਜਿਹੜਾ ਹੈਗਾ ਔਰ ਉਹਨੇ ਜਿਹੜਾ ਹੈਗਾ ਕੀ ਕਰਨਾ ਹੈ? ਜਿੱਥੇ ਹੈਗਾ ਜਿਸ ਸਟੇਜ ਤੇ, ਉਸ ਤੋਂ ਥੱਲੇ ਜਾਣਾ ਹੈ ਉਹਨੇ, ਕਿਉਂਕਿ ਉਹ ਨੈਗੇਟਿਵਿਟੀ ਨਾਲ, ਮਾਇਆ ਦੇ ਨਾਲ ਜਿਹੜਾ ਹੈਗਾ, ਆਕਾਰ ਦੇ ਨਾਲ, ਸਵਾਦਾਂ ਦੇ ਨਾਲ ਗਤੀ ਕਰ ਰਿਹਾ ਹੈ। ਕਹਿੰਦੇ ਫਿਰ ਉਹ ਪੈਦਾ ਹੋਣ ਤੋਂ ਪਹਿਲਾਂ ਕਿਉਂ ਨਹੀਂ ਮਰ ਗਿਆ? ਕਿਉਂਕਿ ਉਹਨੇ ਜਿਹੜਾ ਹੈਗਾ ਆਪਣਾ ਹੋਰ ਨੈਗੇਟਿਵ ਕਰ ਲਿਆ, ਆਪਣਾ ਜਿਹੜਾ ਕਾਰਨ ਸਰੀਰ ਹੋਰ ਵਧਾ ਲੈਣਾ ਆ, ਉਹਨੇ ਵਧਾ ਲਿਆ। ਕਹਿੰਦੇ ਇਹ ਤਾਂ ਨੁਕਸਾਨ ਹੋ ਗਿਆ, ਆਪਣਾ ਹੀ ਨੁਕਸਾਨ ਕਰ ਰਿਹਾ। ਉਹ ਮਨੁੱਖੀ ਸਰੀਰ ਲੈ ਕੇ ਜਿਹੜਾ ਹੈਗਾ ਉਹ ਹੋਰ ਨੁਕਸਾਨ ਕਰ ਰਿਹਾ। ਜਿੱਥੋਂ ਆਇਆ ਸੀਗਾ ਉਸ ਲੈਵਲ ਤੋਂ ਹੋਰ ਥੱਲੇ ਜਾਊਗਾ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜਰ ਸਾਹਿਬ, ਤੇ ਆਪ ਪਹਿਲੀ ਤੁਕ ਦੀ ਫੇਰ ਦੁਬਾਰਾ ਵਿਆਖਿਆ ਕਰ ਦਿਓ। ਹਾਂਜੀ ਹਾਂਜੀ। ਕਬੀਰ ਜੀ ਕਹਿੰਦੇ ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ। ਕਹਿੰਦੇ ਜਿਸ ਕੁਲ ਦੇ ਵਿੱਚ ਕੋਈ ਬੱਚਾ ਜਿਹੜਾ ਹੈਗਾ, ਪੂਤ ਦਾ ਮਤਲਬ ਹੈ ਭਾਵੇਂ ਕੁੜੀ ਭਾਵੇਂ ਮੁੰਡਾ, ਗਿਆਨ ਨੂੰ ਵਿਚਾਰਨ ਵਾਲਾ ਨਹੀਂ ਹੈਗਾ। ਵੀ ਕਾਹਦੇ ਵਾਸਤੇ ਆਇਆ ਮੈਂ ਦੁਨੀਆ ਦੇ ਵਿੱਚ, ਮੈਂ ਕੀ ਕਰਨਾ ਹੈ ਦੁਨੀਆ ਦੇ ਵਿੱਚ ਆ ਕੇ, ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ। ਗਿਆਨ ਜਿਹੜਾ ਹੈਗਾ, ਬ੍ਰਹਮ ਗਿਆਨ ਜਿਹੜਾ ਹੈਗਾ, ਸ਼ਬਦ ਬ੍ਰਹਮ ਜਿਹੜਾ ਹੈਗਾ ਨਹੀਂ ਲੈ ਰਿਹਾ, ਜਿਹੜਾ ਉਹਨੂੰ ਵਿਚਾਰਦਾ ਹੀ ਨਹੀਂ ਹੈਗਾ। ਤੇ ਕਹਿੰਦੇ ਉਹਦੀ ਫਿਰ ਮਾਂ ਜਿਹੜੀ ਹੈਗੀ ਉਹ ਵਿਧਵਾ ਕਿਉਂ ਨਹੀਂ ਹੋ ਗਈ? ਉਹਦਾ ਪਿਓ ਕਿਉਂ ਨਹੀਂ ਮਰ ਗਿਆ? ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਦੇਖੋ ਕਿੰਨੀ ਸਖਤ ਬਾਣੀ ਦਾ ਉਚਾਰਨ ਕਰ ਰਹੇ ਨੇ ਕਬੀਰ ਜੀ। ਤਿੰਨ ਚੀਜ਼ਾਂ ਹੈਗੀਆਂ ਨਾ ਬਾਣੀ ਚ ਕਿਹਾ, ਗਿਆਨ, ਧਿਆਨ, ਕੁਛ ਕਰਮ ਨਾ ਜਾਣਾ। ਗਿਆਨ ਬਹੁਤ ਵੱਡੀ ਗੱਲ ਆ। ਗਿਆਨ ਤੋਂ ਬਿਨਾਂ ਜੀਵਨ ਕਾਹਦਾ? ਤੇ ਜਿਹਦੇ ਕੋਲ ਗਿਆਨ ਨਹੀਂ ਆ, ਜਿਹੜਾ ਵਿਚਾਰ ਹੀ ਨਹੀਂ ਕਰਦੇ ਆ, ਜਿਹੜਾ ਜੀਵਨ ਦੇ ਬਾਰੇ ਸੋਚਦਾ ਹੀ ਨਹੀਂ। ਆਪ ਜਸਟ ਸੋਚੋ, ਜਦੋਂ ਆਪਾਂ ਇਹ ਸੰਸਾਰ ਤੇ ਆਉਂਦੇ ਆ, ਉਹ ਰਿਸ਼ਤੇ ਤੇ ਪਹਿਲਾਂ ਹੀ ਬਣੇ ਪਏ ਆਪਣੇ। ਜਦੋਂ ਆਪਾਂ ਇੱਥੋਂ ਚੱਲ ਜਾਂਦੇ ਆ ਤੇ ਉਹ ਸਿਸਟਮ ਤਾਂ ਉਦਾਂ ਹੀ ਚੱਲਦਾ ਰਹਿੰਦਾ। ਉਹ ਇਹ ਜਿਹੜਾ ਬੰਦਾ, ਜਦੋਂ ਆਪਣਾ ਬੰਦਾ, ਕੋਈ ਵੀ ਬੰਦਾ ਜੇ ਥੋੜਾ ਜਿਹਾ ਵਿਵੇਕ ਰੱਖਦਾ, ਜ਼ਿਆਦਾ ਨਹੀਂ ਲੋੜ, ਥੋੜਾ ਜਿਹਾ ਹੀ ਬੰਦਾ ਜਿਹੜਾ ਵਿਵੇਕ ਰੱਖਦਾ ਹੈ, ਉਹਨੂੰ ਪਤਾ ਲੱਗ ਜਾਂਦਾ ਵਾ ਕਿ ਮੈਂ ਇੱਥੇ ਸੰਸਾਰ ਤੇ ਕੀ ਕਰਨਾ ਆ। ਹਾਂ ਮੂਰਖ ਹੋ ਗਏ ਤੇ ਉਹਨੂੰ ਕੋਈ ਗੱਲ ਨਹੀਂ। ਮੂਰਖ ਜਿਹੜਾ ਘੱਟ ਬੁੱਧੀ ਆ, ਮੂੜ ਆ, ਉਹ ਇੱਕ ਉਹਦੀ ਵੱਖਰੀ ਅਵਸਥਾ ਮੰਨਦੀ। ਪਰ ਜੇ ਥੋੜਾ ਜਿਹਾ ਬੰਦਾ ਵਿਵੇਕ ਰੱਖਦਾ, ਉਹ ਵਿਚਾਰ ਕਰਦਾ, ਉਹ ਕਹਿੰਦਾ ਗ੍ਰੰਥਾਂ 'ਚ ਕੀ ਲਿਖਿਆ। ਹਾਂਜੀ ਗੋਰਖੀ ਸਾਹਿਬ, ਕੱਲ ਨਾ ਪਤਾ ਕੀ ਹੋਇਆ, ਇੱਕ ਸ਼੍ਰੀਲੰਕਨ ਸੀਗਾ, ਉਹਦਾ ਨਾਮ ਵੀ ਪ੍ਰਭਾਕਰਨ ਸੀਗਾ, ਤੇ ਸੈਰ ਕਰ ਰਿਹਾ ਸੀ ਸਾਡੇ ਨਾਲ, ਸੀਗਾ 50-55 ਸਾਲ ਦਾ ਹੋਊਗਾ। ਤੇ ਉਹਦੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨੂੰ ਕੁਐਸਚਨ ਕੀਤਾ, ਮੈਂ ਕਿਹਾ ਵੀ ਆਪਾਂ ਕਾਹਦੇ ਵਾਸਤੇ ਆਏ ਹਾਂ ਦੁਨੀਆ ਦੇ ਵਿੱਚ? ਕਿਉਂ ਆਪਾਂ ਮਨੁੱਖ ਸਰੀਰ ਕਿਉਂ ਹੈ ਆਪਣੇ ਕੋਲ? ਬਾਕੀਆਂ ਕੋਲ, ਪਸ਼ੂਆਂ ਕੋਲ ਜਾਂ ਪਰਿੰਦਿਆਂ ਕੋਲ, ਇਹਨਾਂ ਕੋਲ ਨਹੀਂ ਹੈ। ਆਪਾਂ ਸਭ, ਆਪਣੇ ਕੋਲ ਮਨੁੱਖ ਸਰੀਰ ਹੈ। ਕਾਹਦੇ ਵਾਸਤੇ? ਕੀ ਕੰਮ ਕਰਨਾ ਹੈ ਆਪਾਂ ਨੇ ਇਸ ਸਰੀਰ ਦੇ ਨਾਲ? ਕੀ ਆਪਾਂ ਨੇ ਉਹ ਕੰਮ ਕਰ ਲਿਆ ਜਾਂ ਹੋਰ ਕੀ ਕੰਮ ਕੀ ਹੈਗਾ? ਔਰ ਉਹ ਕੰਮ ਕਰ ਲਿਆ ਤੇ ਨਹੀਂ ਕਰ ਲਿਆ ਤੇ ਫਿਰ ਜਿਹੜਾ ਹੈਗਾ ਆਪਣਾ ਕੀ ਹੋਊਗਾ ਇਸ ਤੋਂ ਬਾਅਦ? ਕੀ ਆਪਾਂ ਇਹ ਮਨੁੱਖ ਸਰੀਰ ਫਿਰ ਮਿਲ ਜਾਊਗਾ? ਉਹ ਕਹਿੰਦਾ ਇਹ ਤਾਂ ਤੁਸੀਂ ਮੈਨੂੰ ਹਿਲਾ ਕੇ ਰੱਖਤਾ। ਕਹਿੰਦਾ ਬਿਲਕੁਲ, ਕਹਿੰਦਾ ਹਿੱਲ ਗਿਆ ਮੈਂ। ਕੀ ਸਵਾਲ, ਕਿਉਂਕਿ ਉਹਨੇ ਕਦੇ ਸੋਚਿਆ ਹੀ ਨਹੀਂ ਹੋਣਾ। ਮਤਲਬ ਇਹੋ ਹੀ ਆ ਕਿ ਉਹ ਬੰਦਾ ਬੁੱਧੀ ਰੱਖਦਾ। ਔਰ ਤੁਸੀਂ ਇੱਕ ਐਸਾ ਸਵਾਲ ਉਹਦੇ ਮਨ 'ਚ ਖੜਾ ਕਰਤਾ ਕਿ ਇਹ ਜਿਹੜਾ ਇਹ ਦੁਨੀਆ ਦੇ ਵਿੱਚ ਇੱਕ ਕੁਆਲਿਟੀ ਨਹੀਂ ਵੇਂਦੇ ਪਏ, ਤੁਸੀਂ ਵੇਂਦੇ ਨਹੀਂ ਪਏ ਕਿ ਥੋੜਾ ਜਿਹੀ ਬੁੱਧੀ ਰੱਖੋ। ਇਹ ਕੀੜੀਆਂ ਕੁੜੀਆਂ, ਐਰਾ ਵਗੈਰਾ, ਤਿਤਲੀਆਂ, ਦੁਨੀਆ ਭਰ ਦੀਆਂ ਚਿੜੀਆਂ ਤੇ ਕਾਂ, ਕਬੂਤਰ, ਮੋਰ, ਹੰਸ, ਸਾਡੀ ਬੁੱਧੀ ਦਾ ਕੰਮ ਨੀ। ਮਾਤਾ ਕ ਵਰਤੀ ਤੇ ਪਤਾ ਲੱਗਦਾ ਇਹ ਤੇ ਕਿਹਨੇ ਬਣਾਈਆਂ ਵਾ। ਇਹ ਤੇ ਆਪਣੇ ਹੱਥ ਤੇ ਰੋਟੀ ਨੀ ਬਣਦੀ। ਬਣਾਓਗੇ ਜਾਓ ਕੱਢ ਦੋ ਚੂੰਤਰੇ 'ਚ, ਕੁਛ ਨਾ ਕਰੋ, ਇੱਕ ਰੋਟੀ ਨੀ ਬਣਨੀ।
ਤੁਹਾਡੀ ਟੈਂਕੀ 'ਚ ਪਾਣੀ ਨਹੀਂ ਭਰਨਾ। ਬਾਕੀ ਗੱਲਾਂ ਤੇ ਬੜੀਆਂ ਦੂਰ ਦੀਆਂ ਨੇ। ਜੇ ਲੋਕੀ ਤੇ ਜੱਬਲੀਆਂ ਮਰੀ ਜਾਂਦੇ ਆ, ਜੇ ਮਾੜਾ ਜਿਹਾ ਵਿਵੇਕ ਰੱਖਦੇ ਆ। ਇੱਕ ਸੰਤਾਂ ਨੇ ਇਹੋ ਲੱਭਿਆ ਸੀ ਕਿ ਜੀਂਦੇ ਜੀ ਮੁਕਤੀ ਪ੍ਰਾਪਤ ਕਰਨੀ ਆ। ਬਿਲਕੁਲ। ਮੁਕਤੀ ਦਾ ਮਤਲਬ ਇਹ ਨਹੀਂ ਕਿ ਮਰ ਕੇ ਕੁਝ ਸਵਰਗ 'ਚ ਜਾਣਾ ਹੈ। ਮੁਕਤੀ ਦਾ ਮਤਲਬ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ, ਰਾਗ ਤੋਂ, ਦਵੈਸ਼ ਤੋਂ ਮੁਕਤੀ। ਔਰ ਜਿਹੜਾ ਇਸ ਤੋਂ ਮੁਕਤ ਹੋ ਗਿਆ ਸਮਝ ਲਓ ਮੁਕਤ ਆ। ਮੁਕਤੀ ਕੋਈ ਵੱਖਰਾ ਨਹੀਂ ਹੈਗਾ ਨਿਜਰ ਸਾਹਿਬ। ਬਿਲਕੁਲ। ਇਹ ਸੰਸਾਰ ਤੋਂ ਮੁਕਤ ਹੋਣਾ ਵਾ ਕਮਲ ਦੇ ਫੁੱਲ ਵਾਂਗੂ। ਹਾਂਜੀ ਠੀਕ ਹੈ ਜੀ। ਕਹਿੰਦੇ ਜਿਸ ਕੁਲ ਦੇ ਵਿੱਚ ਪੁੱਤ ਗਿਆਨ ਤੇ ਵਿਚਾਰ ਨਹੀਂ ਕਰਦਾ, ਕਹਿੰਦੇ ਵਿਧਵਾ ਪਾਸਕ ਨਾ ਭਾਈ ਮਹਤਾਰੀ। ਤੇ ਉਹ ਕਹਿੰਦੇ ਕਿ ਉਹ ਮਾਂ ਨੂੰ ਕੀ ਕਹਿੰਦਾ ਵਾ, ਮਾਂ ਕਿਉਂ ਨਹੀਂ ਵਿਧਵਾ ਹੋ ਗਈ? ਉਹਦਾ ਬੰਦਾ ਕਿਉਂ ਨਹੀਂ ਮਰ ਗਿਆ? ਕਿਉਂ ਉਹਨੂੰ ਜਨਮ ਦਿੱਤਾ? ਉਹ ਕਹਿੰਦੇ ਆ ਕਿ ਉਹ ਕਹਿੰਦੇ ਕਿੱਡੀ ਮਾੜੀ ਚੀਜ਼। ਪਹਿਲਾਂ ਵੀ ਕਿਹਾ ਸੀ ਕਿ ਜਾਂ ਤੇ ਕੋਈ ਸੂਰਮਾ ਜੰਮੇ ਜਾਂ ਕੋਈ ਸੰਤ ਜੰਮੇ ਤੇ ਕਾਹੇ ਗਵਾਏ ਨੂਰ। ਉਹ ਮਾਂ ਨੂੰ ਬਹੁਤ ਬੁਰਾ ਸਮਝਦੇ ਆ। ਬਿਲਕੁਲ। ਕਬੀਰ ਜੀ ਇਹ ਪਹਿਲਾਂ ਵੀ ਕਥਾ ਦੇ ਵਿੱਚ ਆਇਆ ਵਾ ਕਿ ਤੁਲਸੀਦਾਸ ਜੀ ਤੁਲਸੀਦਾਸ ਜੀ ਨੇ ਕਿਹਾ, ਤੁਲਸੀਦਾਸ ਜੀ ਨੇ ਕਿਹਾ ਸੀ ਕਿ ਜੇ ਤੂੰ ਸੂਰਮਾ ਨਹੀਂ ਜੰਮ ਸਕਦੀ, ਕੋਈ ਸੰਤ ਨਹੀਂ ਜੰਮ ਸਕਦੀ, ਤੇ ਨੂਰ ਕਾਹਨੂੰ ਗੁਰਾਬ ਕਰ ਰਹੀ ਹੈ? ਤੂੰ ਉਸ ਭੀੜ ਕੀੜੇ ਮਕੌੜਿਆਂ ਦੀ ਭੀੜ ਕਾਹਨੂੰ ਇਕੱਠੀ ਕਰ ਰਹੀ ਹੈ? ਬਿਲਕੁਲ। ਔਰ ਉਹ ਤੈਨੂੰ ਨਹੀਂ ਪਤਾ ਕੱਲ ਨੂੰ ਉਹ ਕੀੜੇ ਮਕੌੜੇ ਇਸ ਕਰਕੇ ਕਹਿੰਦਾ ਕਿ ਤੇਰੀ ਕਦਰ ਨਹੀਂ ਪਾਉਣੀ ਇਹਨੇ। ਜਿਹਦੇ ਕੋਲ ਗਿਆਨ ਹੀ ਨਹੀਂ ਹੈਗਾ। ਬਿਲਕੁਲ। ਹਾਂ ਠੀਕ ਹੈ ਨਿਜਰ ਸਾਹਿਬ। ਤੇ ਕਹਿੰਦੇ ਕਿ ਇਹਨੂੰ ਹਾਂਜੀ ਇਹ ਵਿਧਵਾ ਕਿਉਂ ਨਹੀਂ ਹੋ ਜਾਂਦੀ ਐ ਐਸੀ ਔਰਤ ਜਿਹਦੇ ਘਰ ਇੱਕ ਐਸਾ ਬੱਚਾ ਪੈਦਾ ਨਹੀਂ ਹੁੰਦਾ ਜਿਹੜਾ ਗਿਆਨਵਾਨ, ਜਿਹੜਾ ਆਪਣੀ ਬੁੱਧੀ ਰੱਖਦਾ ਹੋਵੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਐ ਨਹੀਂ ਕਿ ਅੱਖਾਂ ਬੰਦ ਕਰਕੇ ਕਿਸੇ ਦੇ ਮਗਰ ਭੇਡਾਂ ਚ ਰਲ ਜੇ। ਪਰ ਉਹ ਕਹਿੰਦੇ ਆ ਕਿ ਇੱਕੋ ਸਾਧ ਸੰਗਤ ਜੀ ਉਹ ਭੀੜ ਦੀ ਗੱਲ ਨਹੀਂ ਕਰਦੇ, ਇੱਕ ਬੰਦੇ ਨੂੰ ਫੜਦੇ ਆ, ਉਹ ਮਾਂ ਨੂੰ ਹੀ ਫੜਨਦੇ ਆ। ਕਹਿੰਦੇ ਜੇ ਤੂੰ ਐਸਾ ਬੱਚਾ ਜੰਮਿਆ ਜਿਹਦੇ ਅੰਦਰ ਗਿਆਨ ਨਹੀਂ ਹੈਗਾ, ਵਿਚਾਰ ਸ਼ਕਤੀ ਨਹੀਂ, ਜੋ ਸੋਚਦਾ ਨਹੀਂ ਆ ਕੰਮ ਕਰਨ ਤੋਂ ਪਹਿਲਾਂ, ਉਹ ਕੋਈ ਕਰਮ ਵੀ ਕਰ ਰਿਹਾ ਵਾ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਇਹ ਕਰਮ ਦਾ ਕੀ ਫਲ ਹੋਊਗਾ। ਪਰ ਇੱਕ ਗੱਲ ਹੈਗੀ ਆ, ਤੇ ਜੇ ਵਿਚਾਰ ਕਰੂਗਾ ਤੈਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਵੀ ਮੈਂ ਕਰਮ ਕਰੂੰਗਾ। ਦੇਖੋ ਕਰਮ ਪਤਾ ਕੀ ਆ, ਚਾਹੇ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਰਾਗ ਦਾ, ਦਵੈਸ਼ ਦਾ, ਇਹਨਾਂ ਚ ਹੀ ਆ ਸਾਰੇ ਕਰਮ ਆਉਂਦੇ। ਆਪਾਂ ਜਦੋਂ ਇਹਨਾਂ ਦੇ ਵਿੱਚ ਵੇਖੋ, ਉਹ ਜਦੋਂ ਆਪਾਂ ਇਹ ਕਰਮ ਕਰਦੇ ਆ ਤੇ ਉਹ ਬੰਧਨ ਹੈ ਨਿਜਰ ਸਾਹਿਬ। ਇਸ ਲਈ ਕਹਿੰਦੇ ਨਿਸ਼ਕਰਮ ਹੋ ਕੇ ਆਪਾਂ ਨੂੰ ਕੰਮ ਕਰਨਾ ਚਾਹੀਦਾ। ਨਿਸ਼ਕਰਮ ਇੱਕ ਕਰਮ ਹੁੰਦਾ ਵਾ, ਜੇ ਆਪਾਂ ਵਿਵੇਕ ਨਾਲ ਕਰਮ ਕਰਦੇ ਆ ਨਾ, ਸਾਨੂੰ ਪਤਾ ਵਾ ਕਿ ਇਹ ਕਰਮ ਨੂੰ ਜਿਹੜਾ ਮੈਂ ਕਰਨਾ ਵਾ, ਇਹ ਜਿਹੜਾ ਸਰੀਰ ਮੈਂ ਫਲ ਬੀਜਣਾ ਵਾ, ਇਹਨੇ ਉਗਣਾ ਵਾ। ਤੇ ਫਿਰ ਸਾਡਾ ਨਿਜਰ ਸਾਹਿਬ ਇੱਛਾ ਤੇ ਪ੍ਰਗਟ ਹੋਵੇ ਨਾ ਕਿ ਮੈਂ ਏਦਾਂ ਦਾ ਕਰਮ ਕਰਨਾ ਚਾਹੁੰਦਾ ਵਾ ਜਿਹਦੇ ਨਾਲ ਜਿਹੜਾ ਮੇਰੇ ਜੀਵਨ 'ਚ ਕੋਈ ਬੰਧਨ ਨਾ ਬਣੇ। ਜੇ ਉਹ ਵਿਚਾਰ ਸ਼ਕਤੀ ਹੋਊਗੀ ਤੇ ਨਿਜਰ ਸਾਹਿਬ ਤਾਂ ਹੀ ਆਪਾਂ ਸੋਚਾਂਗੇ। ਤੇ ਜੇ ਆਪਣੇ 'ਚ ਵਿਚਾਰ ਸ਼ਕਤੀ ਨਹੀਂ ਹੈਗੀ, ਆਪਾਂ ਉੱਠ ਪਏ ਆ, ਪੈਸੇ ਕਮਾਉਣ ਡੈ ਪਏ ਆ, ਇਹ ਨਹੀਂ ਸੋਚੇ ਕਿ ਪੈਸੇ ਆਉਂਦੇ ਕਿੱਥੋਂ, ਇਨਕਮ ਸੋਰਸ ਕੀ ਹੈ, ਔਰ ਉਹ ਪੈਸਾ ਸੱਚੀ ਉਹ ਕੰਮ ਦਾ ਹੈਗਾ। ਹੁਣ ਇੱਥੇ ਲੋਕੀ ਮੈਡੀਕਲ ਸਟੋਰ ਤੇ ਦਵਾਈਆਂ ਵੇਚੀ ਜਾਂਦੇ ਆ। ਹਾਂ ਠੀਕ ਆ, 10 ਰੁਪਏ ਦੀ ਦਵਾਈ ਆ, ਤੁਸੀਂ 20 ਰੁਪਏ ਦੀ ਵੇਚਣ ਦੇ ਜੋ, ਜਦ ਕਿ ਉਹਦਾ ਰੇਟ ਹੈਗਾ ਤੁਹਾਡਾ 20-25% ਤੁਹਾਡਾ ਕਮਿਸ਼ਨ ਹੋਣਾ ਚਾਹੀਦਾ। ਹੁਣ ਨਵਾਂ ਬੰਦਾ ਨੂੰ ਨਹੀਂ ਪਤਾ ਤੇ ਠੱਗੀ ਉਹਦੇ ਨਾਲ ਨਹੀਂ ਮਾਰਦੇ, ਤੁਸੀਂ ਆਪਣੇ ਆਪ ਨਾਲ ਠੱਗੀ ਮਾਰਦੇ ਜੋ ਨਿਜਰ ਸਾਹਿਬ। ਉਹ ਤਾਂ 10 ਦੀ ਦਵਾਈ ਗੋਰਖੀ ਸਾਹਿਬ 300 ਦੀ ਵੇਚਦੇ ਆ ਭਾਈ, 300 ਦੀ ਵੇਚਦੇ। ਆਹ ਤੇ ਨਿਜਰ ਸਾਹਿਬ ਵੇਚਣ ਤੇ ਦਏ ਆ। ਇਹ ਚੀਜ਼ਾਂ ਬਹੁਤ ਮਾੜੀਆਂ ਨੇ। ਤੇ ਇਹ ਸਮਝ ਲਓ ਕਿ ਉਹ ਜਿਹੜਾ ਪੈਸਾ ਆਪਾਂ ਘਰੇ ਲੈ ਕੇ ਜਾ ਰਹੇ ਹਾਂ, ਇਹ ਪੈਸੇ ਨੇ ਤੁਹਾਨੂੰ ਸੁੱਖ ਦੇਣਾ ਹੀ। ਇਹ ਤੇ ਬਹੁਤ ਖਤਰਨਾਕ ਪੈਸਾ ਹੈ। ਇਸ ਕਰਕੇ ਗੁਰੂਆਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਟਾਈਮ ਤੇ ਰਿਜੈਕਟ ਕੀਤਾ ਵਾ। ਉਹ ਵੇਖ ਲਓ ਪਿੰਡ ਦਾ ਜਿਹੜੇ ਵਧੀਆ ਰੋਟੀ ਸੁਣਾ ਖਾਧੀ, ਉਹ ਕਹਿੰਦੇ ਭਾਈ ਇਹ ਨਹੀਂ ਖਾਣੀ ਮੈਂ ਰੋਟੀ, ਇਹਦੀ ਕੰਮ ਦੀ ਨਹੀਂ ਰੋਟੀ ਤੇਰੀ, ਕਿਉਂਕਿ ਤੂੰ ਇਹ ਕੀਤਾ ਕੀ ਚੁੱਕ ਲਿਆ। ਬਿਲਕੁਲ ਤੇਰਾ ਤਾਂ ਹੈ ਨਹੀਂ ਕੁਛ, ਨਾ ਤੂੰ ਮਿਹਨਤ ਕਰਦਾ, ਚਿੱਟੇ ਕੱਪੜੇ ਪਾ ਕੇ ਤੂੰ ਇੱਥੇ ਬੈਠਾ ਵਾ। ਇਹ ਤੇ ਜਿਹੜਾ ਕੰਮ ਕਰਨ ਦੇ ਮਿਹਨਤ ਕੀਤੀ, ਉਹਦੀ ਨੇਕ ਕਮਾਈ ਦੀ ਰੋਟੀ ਮੈਂ ਖਾਵਾਂਗਾ, ਉਹ ਰੋਟੀ ਖਾਵਾਂਗਾ ਤੇ ਮੇਰੀ ਬੁੱਧੀ ਸਹੀ ਰਹੂਗੀ। ਤੇ ਜੇ ਮੈਂ ਗਲਤ ਕਮਾਈ ਦੀ ਰੋਟੀ ਖਾਂਦਾ ਵਾ ਤੇ ਮੇਰੀ ਬੁੱਧੀ ਭ੍ਰਿਸ਼ਟ ਹੋ ਜਾਣੀ ਹੈ। ਜੈਸਾ ਅੰਨ ਤੈਸਾ ਮਨ ਹੋ ਜਾਣਾ ਜੇ। ਹਾਂਜੀ ਨਿਜਰ ਸਾਹਿਬ ਅੱਗੇ ਚਲੀਏ। ਜੈਨਰ ਰਾਮ ਭਗਤ ਨਹਿ ਸਾਦੀ, ਜਨਮਤ ਕਸ ਨਾ ਮੂਓ ਅਪਰਾਧੀ। ਕਹਿੰਦੇ ਜਿਹਨੇ ਮਨੁੱਖੀ ਸਰੀਰ ਪਾ ਕੇ ਜਿਸ ਇਨਸਾਨ ਨੇ ਪਰਮਾਤਮਾ ਦੀ ਭਗਤੀ ਨਹੀਂ ਸਾਧੀ, ਨਹੀਂ ਕੀਤੀ, ਸਾਧਨਾ ਨਹੀਂ ਕੀਤੀ, ਧਿਆਨ ਸਿਮਰਨ ਨਹੀਂ ਕੀਤਾ, ਕਹਿੰਦੇ ਪੈਦਾ ਹੋਣ ਵੇਲੇ ਹੀ ਕਿਉਂ ਨਹੀਂ ਮਰ ਗਿਆ ਉਹ ਅਪਰਾਧੀ ਜਿਹੜਾ ਹੈਗਾ, ਕਸੂਰਵਾਰ ਜਿਹੜਾ ਹੈਗਾ, ਉਹਨੂੰ ਕਹਿੰਦੇ ਆ ਭਾਈ ਇਹ ਲੂਣ ਹਰਾਮੀ। ਜਨਮਤ ਕਸ ਨਾ ਮੂਓ ਅਪਰਾਧੀ ਰਹਾਓ। ਹਾਂਜੀ ਵੀਰ ਦੱਸੋ ਇਹ ਬਾਣੀ ਦੀ ਕਿਤੇ ਵਿਆਖਿਆ ਕੀਤੀ ਕਿਸੇ ਨੇ?
ਕਿਤੇ ਟੀਵੀ ਤੇ ਕਿਤੇ ਪੰਡਾਲ ਦੇ ਵਿੱਚ ਇੱਥੇ ਦੁਨੀਆ ਭਰ ਦੇ ਕਥਾ ਵਾਚਕ ਬੈਠੇ ਆ। ਇਹ ਕਥਾ ਕਿਤੇ ਕੀਤੀ ਕਿਸੇ ਨੇ? ਇਹ ਕਿਦੋਂ ਕਰਨੀ ਆ? ਅਸਲੀ ਕਥਾ ਤੇ ਲੁਕੀ ਪਈ ਹੈ ਨਿਜਰ ਸਾਹਿਬ। ਇਹ ਤੇ ਦੱਸਦੀ ਨਹੀਂ ਹੈ ਕਿ ਤੇਰੀ ਜ਼ਿੰਦਗੀ ਦਾ ਮਕਸਦ ਵੇਖੋ ਕਿੰਨੇ ਸ਼ਬਦ ਵਰਤੇ ਨੇ ਔਰ ਕਿਹਨੂੰ ਵਰਤੇ ਨੇ, ਸਾਨੂੰ। ਇੱਥੇ ਪਹਿਲੇ ਤੇ ਕਹਿੰਦੇ ਕਿ ਤੂੰ ਭਗਤੀ ਵੀ ਕਰਨੀ, ਵਿਚਾਰ ਤੋਂ ਬਿਨਾਂ, ਗਿਆਨ ਤੋਂ ਬਿਨਾਂ ਨਹੀਂ ਕਰਨਾ, ਕੁਛ ਵੀ ਕੰਮ ਨਹੀਂ ਕਰਨਾ। ਸ਼ੁਰੂ ਤੋਂ ਪਹਿਲੇ ਗਿਆਨ ਦੀ ਗੱਲ ਕੀਤੀ ਆ। ਤੂੰ ਇਹ ਦੇਖ ਕਿ ਤੂੰ ਜੋ ਵੀ ਕੰਮ ਕਰੇਗਾ ਤੇਰਾ ਇੱਕ ਟਾਰਗੇਟ ਆ। ਹੁਣ ਤੂੰ ਘਰ ਬਣਾਉਣਾ ਵਾ, 5-7 ਸਾਲ ਚ ਤੇਰਾ ਘਰ ਕੰਪਲੀਟ ਹੋ ਜਾਂਦਾ। ਇਹ ਥੋੜੀ ਤੂੰ ਮਰਨ ਤੱਕ ਘਰ ਹੀ ਬਣਾਈ ਜਾਂਦਾ। ਬਿਲਕੁਲ। ਹੁਣ ਇਹ ਜਿਹੜਾ ਨਾ ਐਕਚੁਅਲੀ ਆਪਣੇ ਗੋਰਖੀ ਸਾਹਿਬ ਦੇਖੋ, ਪਹਿਲਾਂ ਉਹਨਾਂ ਨੇ ਮਹਾਰਾਜ ਨੇ ਮਾਂ ਪਿਓ ਦੀ ਜ਼ਿੰਮੇਵਾਰੀ ਰੱਖੀ ਬਈ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਮੱਤ ਦਿੱਤੀ ਜਿਹੜੀ ਹੈਗੀ ਗਿਆਨ ਦੀ, ਇਹ ਧਿਆਨ ਸਿਮਰਨ ਵਾਲੀ ਗੱਲ ਕਿਉਂ ਨਹੀਂ ਸਮਝਾਈ। ਅੱਛਾ, ਇਸ ਤੋਂ ਬਾਅਦ ਕਹਿੰਦੇ ਆ ਜਦ ਉਹ ਬੰਦਾ ਜਿਹੜਾ ਹੈਗਾ ਜਿਹੜਾ ਸਮਝਦਾਰ ਹੋ ਗਿਆ, ਸੂਝਵਾਨ ਹੋ ਗਿਆ, ਹੁਣ ਉਹਨੂੰ ਕਹਿ ਰਹੇ ਡਾਇਰੈਕਟ ਬਈ ਦੱਸ ਤੂੰ ਮਿੱਤਰਾ, ਤੂੰ ਇਹ ਤੂੰ ਧਿਆਨ ਸਿਮਰਨ ਕਿਉਂ ਨਹੀਂ ਕੀਤਾ, ਤੂੰ ਸਾਧਨਾ ਕਿਉਂ ਨਹੀਂ ਕੀਤੀ, ਦੱਸ ਦੇ ਤੂੰ ਕੀ ਕੀਤਾ ਹਾਲੇ ਤੱਕ। ਜੇ 25 30 40 50 60 ਸਾਲ ਦਾ 70 ਸਾਲ ਦਾ ਹੋ ਗਿਆ, ਤੂੰ ਕੀਤਾ ਕੀ ਹੈ ਦੱਸ ਦੇ। ਤੂੰ ਤਾਂ ਪਹਿਲੇ ਪੈਦਾ ਹੋਣ ਵੇਲੇ ਹੀ ਮਰ ਜਾਂਦਾ ਤੇ ਤਾਂ ਵੀ ਤੂੰ ਸੌਖਾ ਰਹਿਣਾ ਸੀਗਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਹੁਣ ਦੂਜੇ ਪਹਿਲੇ ਤੁਕ ਤੇ ਬੋਲਿਆ ਜੇ ਨਰ ਰਾਮ ਭਗਤੀ ਨਹੀਂ ਸਾਧੀ। ਸਾਧੀ ਦਾ ਮਤਲਬ ਸਾਧਨਾ ਕੀਤੀ। ਬਿਲਕੁਲ। ਰਾਮ ਦੀ ਸਾਧਨਾ ਹੀ ਨਹੀਂ ਕੀਤੀ, ਉਹਦਾ ਧਿਆਨ ਸਿਮਰਨ ਨਹੀਂ ਕੀਤਾ। ਕਹਿੰਦੇ ਫਿਰ ਤੁਕ ਲਿਖੇ ਮੁੱਚ ਨਹੀਂ ਜਨਮਤ ਕਸ ਨਾ ਮੂਓ ਅਪਰਾਧੀ। ਕਹਿੰਦੇ ਪੈਦਾ ਹੋਣ ਵੇਲੇ ਕਿਉਂ ਨਹੀਂ ਮਰ ਗਿਆ, ਕਸ ਕਹਿੰਦੇ ਕਿਉਂ ਨਹੀਂ ਮਰ ਗਿਆ। ਅਪਰਾਧੀ ਜਿਹੜਾ ਹੈਗਾ ਇਹ ਅਪਰਾਧੀ ਬੰਦਾ ਰਹਾਓ। ਇਹ ਕਹਿੰਦੇ ਕਿ ਮਨੁੱਖਾ ਜਨਮ ਮਿਲ ਕੇ ਜਿਹੜਾ ਬੰਦਾ ਭਗਤੀ ਨਹੀਂ ਕਰ ਰਿਹਾ, ਬੰਦਗੀ ਨਹੀਂ ਕਰ ਰਿਹਾ, ਕਹਿੰਦੇ ਉਹ ਪ੍ਰਮਾਤਮਾ ਦੇ ਘਰ ਚ ਅਪਰਾਧੀ ਹੈਗਾ। ਇੱਕ ਜਾਨਵਰ ਆ, ਖੋਤਾ, ਘੋੜਾ, ਬਿੱਲੀ, ਕੁੱਤਾ, ਉਹਨਾਂ ਆਪਣੀ ਭਗਤੀ ਕਰਨੀ। ਉੱਥੇ ਜਾਨਵਰ ਗੱਦੀ ਚ ਬੈਠੇ ਨੇ, ਜੂਨੀ ਉਹਨਾਂ ਕੋਲ ਹੈ ਨਹੀਂ। ਹੁਣ ਸਾਡੇ ਕੋਲ ਜੂਨੀ ਏਡੀ ਵਧੀਆ ਵਾ, ਜੇ ਅਸੀਂ ਥੋੜਾ ਜਿਹਾ ਵਿਵੇਕ ਰੱਖਦੇ ਹਾਂ, ਅਸੀਂ ਵੇਖਦੇ ਨਹੀਂ ਕਿ ਸਾਡੀ ਡਿਜ਼ਾਈਨਿੰਗ ਨਹੀਂ ਯਕੀਨ ਉਹਦਾ ਸ਼ੀਸ਼ੇ ਦੇ ਗਾੜੀ ਸਾਹਮਣੇ ਖਲੋ ਕੇ ਵੇਖ ਲਓ। ਕੁਦਰਤ ਨੇ ਇੱਕ ਇੱਕ ਚੀਜ਼ ਬਣਾਈ ਆ। ਤੇ ਜੇ ਗ੍ਰੰਥਾਂ ਦੇ ਵਿੱਚ ਇੰਨਾ ਰੌਲਾ ਪੈਂਦੇ ਆ, ਜੇ ਆਪਾਂ ਇਹਨਾਂ ਗ੍ਰੰਥਾਂ ਦੀ ਗੱਲਾਂ ਨਹੀਂ ਸੁਣਦੇ, ਆਪਣੀ ਮੱਤ ਕਰਦੇ ਆ ਅੱਜ ਦਾ ਦਿਨ ਮਿੱਠਾ ਤੇ ਕੱਲ ਦਾ ਕਿਨੇ ਡਿੱਠਾ, ਤੇ ਇਹ ਤੇ ਸੱਜਣਾ ਕੰਮ ਕਿੰਨਾ ਚਿਰ ਤੱਕ ਚੱਲੂਗਾ। ਇੱਕ ਸਮਾਂ ਹੋਣਾ ਤੂੰ ਗੇਮ ਹਾਰ ਜਾਏਗਾ। ਉਹ ਕਹਿੰਦੇ ਕਿ ਜੇ ਤੂੰ ਏਦਾਂ ਦਾ ਕਰਮ ਕਰ ਰਿਹਾ, ਤੂੰ ਭਗਤੀ ਨਹੀਂ ਕਰ ਰਿਹਾ, ਤੇ ਤੂੰ ਇੱਕ ਅਪਰਾਧੀ ਹੈਗਾ। ਬਿਲਕੁਲ ਬਿਲਕੁਲ। ਇਹ 4 ਬੰਦਾਂ ਦੀ 3 ਬੰਦਾਂ ਦਾ ਹੈਗਾ ਸ਼ਬਦ, ਔਰ 3 ਬੰਦਾਂ ਦੇ ਵਿੱਚ ਦੇਖੋ ਕੀ ਕਹਿ ਰਹੇ ਆ ਮਹਾਰਾਜ। ਹੁਣ 2 ਬੰਦ ਹੋ ਗਏ, ਹੁਣ ਅੱਗੇ ਤੀਸਰੇ ਬੰਦ ਦੇ ਵਿੱਚ ਵੀ ਦੇਖ ਲੈਣ ਕੀ ਕਹਿੰਦੇ, ਤੇ ਦੂਸਰੇ ਚ ਕੀ ਕਹਿੰਦੇ ਆ ਤੇ ਤੀਸਰੇ ਚ ਕੀ ਕਹਿਣਗੇ। ਹਾਂਜੀ ਵੀ ਨਿਸ਼ਚੈ ਸਾਹਿਬ, ਭਗਤੀ ਤੇ ਹੈ ਹੀ ਨਹੀਂ ਜੀਵਨ ਚ। ਜੇ ਭਗਤੀ ਹੋਵੇ ਤੇ ਬਾਜ਼ਾਰ ਚ ਸ਼ਾਂਤੀ ਤੇ ਮਿਲੇ। ਲੋਕੀ ਤੇ ਮੈਂ ਵੇਖਣ ਕਿ ਉਹ ਹਾਰ ਨਹੀਂ ਮਰੀ ਜਾਂਦੇ ਲੋਕੀ ਚਾਹ ਦੇ ਨਾਲ ਹੀ। ਉਹ ਬੰਦਾ ਕਿੰਨਾ ਡਿਸਟਰਬ ਆ। ਅਗਲੇ ਬੰਨੇ ਪਤਾ ਕਿ 100-150 ਟੈਂਪੂ ਖਲੋਤਾ ਉੱਥੇ। ਹੁਣ ਮੈਂ ਲਾਸਟ ਤੇ ਬੈਠਾ, ਮੇਰਾ ਕੀ ਮਤਲਬ ਹੈ ਹਾਰਨ ਮਾਰਨ। ਜਦੋਂ ਅਗਲੇ ਬੰਨੇ ਕੋਈ ਜ਼ਬਰਦਸਤੀ ਰਾਹ ਰੋਕ ਕੇ ਬੈਠਾ, ਚਲੋ ਹਾਰਨ ਮਾਰਦਾ ਮੇਰਾ ਜ਼ਰੂਰੀ ਆ। ਪਰ ਇਹ ਇਥੋਂ ਅਸ਼ਾਂਤ ਮਨ ਦਾ ਹੀ ਪਤਾ ਲੱਗਦਾ ਨਿਜਰ ਸਾਹਿਬ। ਬਿਲਕੁਲ। ਲੋਕਾਂ ਚ ਸਬਰ ਨਹੀਂ ਗਾ। ਸਬਰ ਕਿੱਥੋਂ ਹੋਊਗਾ? ਭਗਤੀ ਤੋਂ ਬਿਨਾਂ ਸਬਰ ਪੈਦਾ ਨਹੀਂ ਹੋਣਾ। ਹੁਣ ਇਹ ਬੰਦਾ ਜਦੋਂ ਘਰੋਂ ਜਾਊਗਾ, ਮਾੜੀ ਜੀ ਗੱਲ ਘਰੇ ਕਹਿਤੀ ਤੇ ਨਾਲ ਹੀ ਇਹਨੇ ਕੱਪੜਿਆਂ ਚੋਂ ਬਾਹਰ ਆ ਜਾਣਾ। ਬਿਲਕੁਲ। ਬੰਦਗੀ ਨਿਜਰ ਸਾਹਿਬ, ਭਗਤੀ ਸਾਨੂੰ ਜਿਉਣ ਦਾ ਚੱਜ ਸਿਖਾਉਂਦੀ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਬੰਦੇ ਦਾ ਪੁੱਤ ਬਣਾਉਂਦੀ ਹੈ। ਇਹ ਤੂੰ ਇੱਥੇ ਕੋਈ ਲੈਫਟੀਨੈਂਟ ਨਹੀਂ ਲੱਗਿਆ, ਕੋਈ ਕਮਾਂਡਰ ਨਹੀਂ ਲੱਗਿਆ, ਤੂੰ ਸ਼ਾਂਤ ਹੋ ਜਾ, ਆਪਣੇ ਵੇਖ ਲਾਗੇ ਬੰਨੇ ਕੀ ਹੋਣ ਡਿਆ ਵਾ। ਹਰ ਥਾਂ ਤੇ ਤੇਰਾ ਤੁੱਕਾ ਨਹੀਂ ਚੱਲਣਾ, ਕਈ ਵਾਰੀ ਦੂਜੇ ਨੇ ਵੀ ਚੱਲਣਾ ਵਾ। ਤੇ ਤੇਰੀ ਆਪਣੀ ਇੱਕ ਸੀਮਾ ਹੈਗੀ ਆ। ਤੇ ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਇਹਨਾਂ ਤੇ ਫਿਰ ਬੰਦਾ ਸ਼ਾਂਤ ਹੋ ਜਾਂਦਾ। ਨਹੀਂ ਤੇ ਘਰੇ ਬੰਦਾ ਤੇ ਹਿਟਲਰ ਬਣ ਕੇ ਬੈਠਾ ਦਾ ਨਿਜਰ ਸਾਹਿਬ। ਬਿਲਕੁਲ ਬਿਲਕੁਲ ਰਹਿੰਦਾ, ਕਿਉਂਕਿ ਡਿਪੈਂਡੈਂਟ ਹੈਗੇ ਨਾ, ਘਰ ਦੇ ਵਿੱਚ ਡਿਪੈਂਡੈਂਟ ਆ, ਤਾਂ ਕਰਕੇ ਜਿਹੜਾ ਹੈਗਾ ਉਹਦੀ ਜਿਹੜੀਆਂ ਚੰਮਦੀਆਂ ਚੱਲਦੀਆਂ। ਆਹੋ, ਫਿਰ ਕਹਿੰਦੇ ਘਰੋਂ ਜਦੋਂ ਜਾਵੇ ਤੇ ਸਾਡੀ ਜਾਨ ਸੌਖੀ ਹੋਵੇ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀ। ਮੁੱਚ ਮੁੱਚ ਗਰਭ ਗਏ ਕੀ ਨਾ ਬਚਿਆ, ਕੀਨ ਬਚਿਆ, ਕੀ ਨਾ ਬਚਿਆ ਨਹੀਂ ਕੀਨ ਬਚਿਆ। ਮੁੱਚ ਮੁੱਚ ਗਰਭ ਗਏ ਕੀਨ ਬਚਿਆ। ਕਹਿੰਦੇ ਇਹਦੇ ਗਰਭਪਾਤ ਹੁੰਦੇ ਰਹੇ ਇਹਦੀ ਮਾਂ ਦੇ, ਇਹ ਕਿਵੇਂ ਬਚ ਗਿਆ? ਇਹ ਜਿਹੜਾ ਬੰਦਾ ਜਿਹਨੇ ਰਾਮ ਦੀ ਭਗਤੀ ਨਹੀਂ ਸਾਧੀ, ਕਹਿੰਦੇ ਇਹ ਕਿਉਂ ਨਹੀਂ, ਇਹਦਾ ਗਰਭਪਾਤ ਕਿਉਂ ਨਹੀਂ ਹੋ ਗਿਆ? ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਕਿਉਂ ਬਚ ਗਿਆ? ਕਹਿੰਦੇ ਕਾਹਦੇ ਵਾਸਤੇ ਬਚ ਗਿਆ? ਇਹ ਬੁੱਢ ਬੁੱਝ ਰੂਪ ਜੀਵੇ ਜਗ ਮਜਿਆ। ਕਹਿੰਦੇ ਦੁਨੀਆ ਦੇ ਵਿੱਚ ਕੀ ਕਰ ਰਿਹਾ ਹੈ? ਕਹਿੰਦੇ ਕੁਛ ਵੀ ਨਹੀਂ ਕਰ ਰਿਹਾ। ਇਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹਦੇ ਹੱਥ ਪੈਰ ਹੈ ਹੀ ਨਹੀਂ ਹੈ।
ਬੁੱਢ ਪੁੱਛ ਭੁਜਾਵਾਂ ਕਹਿੰਦੇ ਇਹਦੀਆਂ ਝੜੀਆਂ ਹੋਈਆਂ ਜਿਵੇਂ। ਬੁੱਢ ਪੁੱਛ ਕਹਿੰਦੇ ਇਹ ਤਾਂ ਅਪੰਗ ਹੈਗਾ। ਬੁੱਢ ਪੁੱਛ ਰੂਪ ਜੀਵੇ ਜਗ ਮਜਿਆ। ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਇਹ ਤਾਂ ਜਿਹੜਾ ਹੈਗਾ ਕ੍ਰਿਪਲ ਵਾਂਗੂ ਜੀ ਰਿਹਾ ਹੈ, ਇਹ ਤਾਂ ਅਪੰਗ ਵਾਂਗੂ ਜੀ ਰਿਹਾ ਹੈ। ਹਾਂਜੀ ਵੀਰ ਜੀ। ਬਸ ਠੀਕ ਹੈ ਜੀ। ਬਾਣੀ ਫਿਰ ਵੇਖੋ ਕਿੱਡਾ ਸਖਤ ਤੁਹਾਨੂੰ ਤਾੜਨਾ ਕਰ ਰਹੀ ਹੈ। ਪਹਿਲੀ ਗੱਲ ਤੇ ਕਹਿੰਦੇ ਕਿ ਤੂੰ ਹੀ ਧਰਤੀ ਤੇ ਜੇਕਰ ਬੰਦਗੀ ਨਹੀਂ ਕੀਤੀ ਤੇ ਤੁਸੀਂ, ਤੁਹਾਡਾ ਗਰਭਪਾਤ ਕਿਉਂ ਨਹੀਂ ਹੋ ਗਿਆ? ਹਾਂ, ਤੁਸੀਂ ਐਡੇ ਨਲਾਇਕ ਜੋ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਹੀ ਤੁਹਾਨੂੰ ਪਤਾ ਕੁਛ ਨਹੀਂ। ਤੁਸੀਂ ਮੇਨ ਮਕਸਦ ਉਹ ਲਿਸਟ 'ਚ ਨਹੀਂ ਚੀਜ਼ ਪਾਈ ਤੇ ਬਾਕੀ ਤੁਸੀਂ ਹੋਰ ਗੰਦਮੰਦ ਇਕੱਠਾ ਕਰੀ ਜਾਂਦੇ, ਤੁਸੀਂ ਕਹਿੰਦੇ ਵੀ ਨਹੀਂ ਇਹ ਜਿਹੜੀ ਟ੍ਰੇਨ ਹੈਗੀ ਆ, ਟ੍ਰੇਨ 'ਚੋਂ ਤੁਹਾਡਾ ਨੰਬਰ ਲੱਗ ਜਾਣਾ ਪਰ ਤੁਹਾਨੂੰ ਪਤਾ ਨਹੀਂ ਕਿਹੜੇ ਸਟੇਸ਼ਨ ਤੇ ਉਤਰਨਾ ਪੈਣਾ ਮੁੜ ਕੇ। ਹਾਂ, ਔਰ ਦੇਖੋ ਇਹ ਬਾਣੀ ਜਿਹੜੀ ਹੈਗੀ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈਗੀ, ਜਿਨ੍ਹਾਂ ਨੂੰ ਗੁਰੂ ਥਾਪਿਆ ਆ ਔਰ ਜਿਨ੍ਹਾਂ ਦੇ ਅੱਗੇ ਨਤਮਸਤਕ ਹੈਗੇ ਆ, ਉਹਨਾਂ ਦੇ ਵਿੱਚੋਂ ਆ ਇਹ ਸ਼ਬਦ। ਹਾਂਜੀ ਵੀਰ ਜੀ। ਮੈਂ ਤੇ ਕਿਹਾ ਵਾ ਪਹਿਲਾਂ, ਮੈਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੈ ਤੇ ਬ੍ਰਹਮ ਗਿਆਨੀ ਦੇ ਜਿੰਨੇ ਵੀ ਟਾਈਮ ਤੋਂ ਜਿੰਨੇ ਵੀ ਬ੍ਰਹਮ ਗਿਆਨੀ, ਚਾਹੇ ਗੁਰੂ ਜੀ ਤੇ ਪਹਿਲਾਂ ਹੀ ਸਰੀਰ ਦਾ ਤਿਆਗ ਕਰਕੇ ਉਸ ਤੋਂ ਬਾਅਦ ਵੀ ਬ੍ਰਹਮ ਗਿਆਨੀਆਂ ਦੀ ਨਜ਼ਰ 'ਚ ਰਹੀ ਹੈ ਬਾਣੀ। ਹਾਂ, ਇਹ ਨਹੀਂ ਕੁਝ ਕੋਈ ਏਦਾਂ ਹੀ ਐਡ ਕਰ ਦੋ। ਬਾਣੀ ਨੂੰ ਬਹੁਤ ਸਾਂਭਿਆ ਅਗਲਿਆਂ ਨੇ। ਕੁਦਰਤ ਵੀ ਚਾਹੁੰਦੀ ਹੈ ਕਿ ਇਸ ਬਾਣੀ ਦੇ ਨਾਲ ਕੋਈ ਹੇਰਾ ਫੇਰੀ ਨਾ ਜ਼ਿਆਦਾ ਕੀਤੀ ਜਾਵੇ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿੰਨੇ ਲੋਕਾਂ ਨੇ ਚੱਲਣਾ। ਪਰ ਪੰਗਾ ਤੇ ਹੈਗਾ, ਭਾਵੇਂ ਉੱਥੇ ਲਿਖਿਆ ਕੁਝ ਹੋ ਰਿਹਾ ਤੇ ਲੋਕੀ ਸੁਣਾਈ ਕੁਝ ਹੋਰ ਜਾਂਦੇ ਨੇ ਨਿੱਜਰ ਸਾਹਿਬ। ਬਿਲਕੁਲ, ਉਹ ਕੰਮ ਤੇ ਹੋਈ ਗਿਆ। ਹਾਂਜੀ, ਹੁਣ ਕਹਿੰਦੇ ਨੇ ਕਿ ਕਹਿੰਦੇ ਕਿ ਇੱਕ ਤੇ ਲੂਲਾ ਲੰਗੜਾ ਹੋਵੇ ਜਿਹਦੀਆਂ ਬਾਹਾਂ ਨਾ ਹੋਣ ਤੇ ਚਲੋ ਉਹ ਤੇ ਕਹਿ ਦਈਏ ਕਿ ਇਹਦੇ ਪੱਲੇ ਨਹੀਂ ਕੁਛ ਹੈਗਾ। ਪਰ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਤੇਰੀਆਂ ਬਾਹਾਂ ਹੈਗੀਆਂ, ਤੇਰੀ ਅਕਲ ਹੈਗੀ ਆ, ਤੇਰੀਆਂ ਕੰਨ ਇੰਦਰੀਆਂ ਹੈਗੀਆਂ, ਤੇਰਾ ਗਿਆਨ ਇੰਦਰੀਆਂ ਹੈਗੀਆਂ, ਤੇਰਾ ਮਨ ਹੈਗਾ, ਤੇਰੀ ਬੁੱਧੀ ਹੈਗੀ, ਤੇਰਾ ਚਿੱਤ ਹੈਗਾ, ਤੇ ਤੂੰ ਇੱਕ ਲੂਲੇ ਲੰਗੜਿਆਂ ਵਾਂਗੂ, ਇੱਕ ਮਤ ਬੁੱਧੀ ਵਾਂਗੂ ਜੀਵਨ ਕਿਉਂ ਬਤੀਤ ਕਰ ਰਿਹਾ? ਹਾਂ ਬਿਲਕੁਲ, ਰੱਬ ਦੇ ਰਸਤੇ ਤੇ ਤੂੰ ਇੱਕ ਸਟੈਪ ਵੀ ਨਹੀਂ ਉੱਪਰ ਚੱਲਿਆ ਭਾਈ। ਤੇ ਚੱਲ ਵੀ ਰਿਹਾ ਤੇ ਚੱਲਣ ਕਿੱਥੇ ਦਿਆਂ ਵਾ? ਉਹ ਤੇ ਕਹਿੰਦੇ ਆ ਕਿ ਹਾਂ ਇੱਕ ਬੰਦਾ ਲੂਲਾ ਲੰਗੜਾ, ਹਾਂ ਸ਼ਕਤੀਹੀਨ ਹੈਗਾ ਵਾ, ਉਹ ਕਹਿ ਦਈਏ ਕਿ ਡਿਪੈਂਡੈਂਟ ਹੈ। ਹਾਂ, ਉਹਨੂੰ ਕਹਿ ਦੋ ਕਿ ਬਈ ਰੋਟੀ ਮਿਲੂਗੀ ਤੇ ਤੈਨੂੰ ਖਵਾ ਦਾਂਗੇ, ਕਿਉਂਕਿ ਉਹਦੇ ਪੱਲੇ ਕੁਛ ਨਹੀਂ, ਉਹਦੇ ਗੋਡੇ ਵੀ ਨਹੀਂ, ਲੱਤਾਂ ਵੀ ਨਹੀਂ ਹੈਗੀਆਂ, ਉਹਦੀਆਂ ਬਾਹਾਂ ਵੀ ਨਹੀਂ ਹੈਗੀਆਂ। ਚਲੋ ਕਿਸੇ ਨੇ ਕਹਿਤਾ ਬਈ ਤੇਰੀ ਅਸੀਂ ਰੋਟੀ ਪਾਣੀ ਦਾ ਤੈਨੂੰ ਦੇ ਦਾਂਗੇ, ਬਈ ਜਦੋਂ ਮਿਲ ਜੂਗੀ ਤੇ ਤੈਨੂੰ ਦੇ ਦਾਂਗੇ ਅਸੀਂ। ਪਰ ਕਹਿੰਦੇ ਕਿ ਤੂੰ ਮਹਿਸੂਸ ਨਹੀਂ ਕਰਦਾ ਕਿ ਤੇਰੇ ਕੋਲ ਬੁੱਧੀ ਹੈਗੀ ਹੈ ਔਰ ਤੂੰ ਕਿੱਥੇ ਬੈਠਾ ਵਾ? ਤੂੰ ਕਿਹੜੇ ਮਨਮਤੀਆਂ ਕੋ, ਕਰਮ ਕਾਂਡੀਆਂ ਕੋ ਬੈਠਾ ਹੈ ਤੇ ਤੂੰ ਕਿ ਲੂਲੇ ਲੰਗੜਿਆਂ ਨੂੰ ਕੰਮ ਕਰ ਰਿਹਾ ਨੇ। ਜੋ ਸਭ ਕਹਿਣ ਤੋਂ ਭਾਵ ਉਹਨਾਂ ਦਾ ਇਹ ਵਾ। ਬਿਲਕੁਲ ਸਹੀ ਗੱਲ ਆ। ਕਿ ਤੂੰ ਏਦਾਂ ਕਿਉਂ ਐਕਟ ਕਰ ਰਿਹਾ? ਉਹ ਸੰਸਾਰ 'ਚ ਤੂੰ ਨਹੀਂ ਮਹਿਸੂਸ ਕਰਦਾ ਕਿ ਤੇਰੀ ਕੋਈ ਜ਼ਿੰਮੇਵਾਰੀ ਹੈਗੀ ਹੈ? ਜਿਹੜੀ ਭੇਡਾਂ ਨੂੰ ਪਿੱਛੇ ਲੱਗਣ ਕੀ ਪੁੱਛ ਰਹੇ ਨੇ? ਹਾਂਜੀ ਨਿਜਰ ਸਾਹਿਬ, ਫਿਰ ਆਪਣੇ ਤੈਨੂੰ ਬੁੱਧੀ ਕਿਉਂ ਦਿੱਤੀ? ਉਹ ਪਹਿਲਾਂ ਤੇ ਕਹਿਤਾ ਨਾ ਕਿ ਗਿਆਨ ਤੇ ਬੁੱਧੀ ਬਿਲਕੁਲ ਹੈ ਆਉਣੀ ਕਿੱਥੋਂ ਆ? ਹੁਣ ਆਪਾਂ ਇੱਕ ਡਾਕਟਰ ਬਣਨ ਦੀ ਪੜ੍ਹਾਈ ਕਰਦੇ ਹਾਂ, ਆਪਾਂ ਇੱਕ ਇੰਜੀਨੀਅਰ ਬਣਨ ਦੀ ਪੜ੍ਹਾਈ ਕਰਦੇ ਹਾਂ, ਕੁਛ ਵੀ ਬਣ ਰਹੇ ਹਾਂ, ਆਪਾਂ ਦੁਨੀਆ ਭਰ ਦੇ ਕੰਮ ਕਰ ਰਹੇ ਹਾਂ। ਪਰ ਜਦੋਂ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਅਸੀਂ ਸੰਸਾਰ ਤੇ ਕਿਉਂ ਆਏ ਹਾਂ, ਇਹ ਸੰਸਾਰ ਤੇ ਸਾਡਾ ਕੀ ਪਲੇ ਆ। ਔਰ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਚਰਨਜੀਤ ਤੇਰੀ ਜ਼ਿੰਦਗੀ 'ਚ ਧਰਮ ਬਹੁਤ ਇੰਪੋਰਟੈਂਟ ਹੈ, ਕਿਉਂਕਿ ਧਰਮ ਨਿਜਰ ਸਾਹਿਬ ਉਹਦੇ ਪਹਿਲਾ ਕ੍ਰਾਈਟੇਰੀਆ ਹੈ ਫਸਟ ਸਟੈਪ। ਬਿਲਕੁਲ, ਫਸਟ ਸਟੈਪ ਹੈਗਾ ਬਾਈ। ਧਰਮ ਦਾ ਮਤਲਬ ਇਹ ਨਿਜਰ ਸਾਹਿਬ, ਇਹ ਲੋਕਾਂ ਪਤਾ ਨਹੀਂ ਕੀ ਬਣਾਤਾ ਵਾ। ਧਰਮ ਦਾ ਮਤਲਬ ਇਹ ਨਾ ਸੱਜੇ ਨਾ ਖੱਬੇ, ਜੋ ਮੇਰਾ ਧਰਮ ਹੈ, ਜੋ ਮੇਰਾ ਮਾਰਗ ਹੈ। ਜੇ ਮੰਨ ਲਓ ਇੱਥੇ 2 ਕਿੱਲੇ ਪੈੜੀ ਆ ਤੇ 1 ਕਿੱਲਾ ਮੇਰੀ ਆ ਤੇ 1 ਕਿੱਲਾ ਮੇਰੇ ਭਰਾ ਦੀ ਆ, ਇਹ ਹੈ ਧਰਮ। ਧਰਮ ਇਹ ਹੈ ਕਿ ਕੋਈ ਨਹੀਂ ਵਹਿੰਦਾ ਪਿਆ ਮੈਂ ਆਪਣਾ ਹੱਕ ਖਾਵਾਂ। ਬਿਲਕੁਲ। ਧਰਮ ਇਹ ਆ ਕਿ ਮੈਂ ਪਰਾਇਆ ਹੱਕ, ਪਰਾਇਆ ਰੂਪ, ਪਰਾਇਆ ਧਨ ਨਾ ਚੁੱਕਾਂ। ਜੀਣ ਨੂੰ ਜੀਣ ਦੀ ਇੱਕ ਜੋ ਐਸੀ ਜਿਹਨੂੰ ਇੱਕ ਸਿਸਟਮ ਹੈ ਜਿਹਦੇ ਵਿੱਚ ਸਾਨੂੰ ਕੁਛ ਪ੍ਰਾਪਤ ਨਹੀਂ ਹੁੰਦਾ ਤੇ ਕੋਈ ਨੁਕਸਾਨ ਨਹੀਂ ਹੁੰਦਾ। ਨਿਜਰ ਸਾਹਿਬ, ਇਹ ਧਾਰਮਿਕ ਹੋਣਾ ਇੱਕ ਅਲੱਗ ਚੀਜ਼ ਆ। ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੀਏ ਥੋੜਾ ਜਿਹਾ। ਚਲੋ ਮੈਂ ਥੋੜਾ ਜਿਹਾ ਬੋਲਦਾ ਇੱਥੇ ਵੀ। ਆਮ ਤੌਰ ਤੇ ਸਾਧ ਸੰਗਤ ਜੀ ਇਹ ਕਿਹਾ ਜਾਂਦਾ ਹੈ ਕਿ ਧਾਰਮਿਕ ਹੋ ਗਿਆ ਬੰਦਾ। ਧਾਰਮਿਕ ਤੇ ਅਧਿਆਤਮਿਕ 'ਚ ਬੜਾ ਫਰਕ ਜੇ। ਧਰਮ ਦਾ ਮਤਲਬ ਹੁੰਦਾ ਹੈ ਇੱਕ ਕਾਨੂੰਨ ਦੇ ਵਿੱਚ ਜੀਵਨ ਬਤੀਤ ਕਰਨਾ। ਕਈ ਲੋਕ ਵੇਖੋ ਇਮਾਨਦਾਰ ਹੈਗੇ ਨੇ, ਉਹ ਨਹੀਂ ਪੈਸੇ ਚੱਕਦੇ। ਬੜੀਆਂ ਵੱਡੀਆਂ ਪੋਸਟਾਂ ਨੇ ਸਾਡੇ ਲਾਗੇ। ਇੱਥੇ ਇੱਕ ਸਾਡੀ ਪੁਰਾਣੀ ਗਲੀ 'ਚ ਨਿਜਰ ਸਾਹਿਬ ਕਾਫੀ ਵੱਡੇ ਨਾ ਐਸਆਈ ਦੇ ਵਿੱਚ ਆਫਿਸਰ ਨੇ। ਜਦੋਂ ਆਏ ਸੀ 40-50 ਬੰਦੇ ਸੱਟਣ ਆਏ
ਬੜਾ ਸਿੰਪਲ ਜੀਵਨ ਬਤੀਤ ਕੀਤਾ। ਉਹਨਾਂ ਨੇ ਕਿਤੇ ਰਿਸ਼ਵਤ ਲਈ ਨਹੀਂ। ਔਰ ਇੱਕ ਸਾਡਾ ਰਿਸ਼ਤੇਦਾਰ ਹੈਗਾ ਉਸੇ ਪੋਸਟ ਤੇ ਉਹ ਮਾਸ਼ਾਅੱਲਾ ਕਿਰਪਾ ਹੀ ਬੜੀ ਉਹਨਾਂ ਦੀ। ਸੇਮ ਹੀ ਪੋਸਟ ਸੀ ਉਹਨਾਂ ਕੋਲ। ਪਰ ਨਿੱਜਰ ਸਾਹਿਬ ਉੱਥੇ ਇਹ ਗੱਲ ਸਮਝ ਆਉਂਦੀ ਆ ਕਿ ਇੱਕ ਬੰਦੇ ਨੇ ਆਪਣਾ ਜ਼ਮੀਰ ਵੇਚਤਾ ਤੇ ਇੱਕ ਨੇ ਆਪਣਾ ਜ਼ਮੀਰ ਨਹੀਂ ਵੇਚਿਆ। ਕਾਫੀ ਵੱਡੀ ਗੱਲ ਹੈ। ਪਰ ਮੈਂ ਕਹਿੰਦਾ ਕਿ ਉਹ ਚਲੋ ਉਹਨੇ ਮਹਿਲ ਤੇ ਨਹੀਂ ਪਾ ਸਕਿਆ, ਪਰ ਮੇਰੇ ਹਿਸਾਬ ਨਾਲ ਚਲੋ ਉਹਨੇ ਜੋ ਆਪਣੇ ਜ਼ਮੀਰ ਨੂੰ ਸਾਂਭਿਆ ਬੜੀ ਵੱਡੀ ਗੱਲ ਹੈ। ਧਰਮ ਦਾ ਮਤਲਬ ਹੈ ਕਿ ਆਪਣੇ ਜ਼ਮੀਰ ਨੂੰ ਕਾਇਮ ਰੱਖਣਾ, ਭੈ ਦੇ ਵਿੱਚ ਜੀਵਨ ਬਤੀਤ ਕਰਨਾ। ਭੈ ਦਾ ਮਤਲਬ ਆਪਣਾ ਮੋਨੀਟਰ ਬਣ ਜਾਣਾ। ਇਹ ਨਹੀਂ ਕਿ ਪੁਲਿਸ ਤੋਂ ਡਰਦੇ ਆ। ਹੁਣ ਕਈ ਲੋਕ ਚੋਰੀ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਉਹ ਸੋਚਦੇ ਪੁਲਿਸ ਨਾਲ ਫੜ ਲਏ ਐਵੇਂ ਕੇਸ ਹੋ ਜਾਊਗਾ। ਅਸਲ 'ਚ ਉਹਨਾਂ ਦੇ ਮਨ 'ਚ ਵਿਚਾਰ ਹੈਗਾ ਚੋਰੀ ਕਰਨ ਦਾ। ਕਈ ਲੋਕ ਘਰਾਂ ਦੇ ਵਿੱਚ ਔਰਤ ਜਾਂ ਮਰਦ ਕੱਲ ਮਾੜੇ ਕਰਮ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਉਹ ਸੋਚਦੇ ਫੜੇ ਨਾ ਜਾਈਏ। ਇਹ ਨਹੀਂ ਕਿ ਇਮਾਨਦਾਰ ਹੈਗੇ ਉਹ ਜਿਸ ਡਰ ਦੇ ਕਰਕੇ ਨਹੀਂ ਆਉਂਦਾ ਕਿ ਇਹਨਾਂ 'ਚ ਹਿੰਮਤ ਨਹੀਂ ਪੈਂਦੀ ਕਿ ਮਾੜਾ, ਪਰ ਮਨ 'ਚ ਵਿਚਾਰ ਆਉਂਦਾ ਉਹਨਾਂ ਦੇ। ਪਰ ਭੈ ਦਾ ਮਤਲਬ ਇਹ ਹੈ ਕਿ ਤੁਹਾਡੇ ਮਨ ਦੇ ਵਿੱਚ ਵਿਚਾਰ ਨਹੀਂ ਆਉਣਾ। ਤੁਸੀਂ ਕਿਸੇ ਤੋਂ ਡਰ ਦੇ ਕਰਕੇ ਨਹੀਂ, ਇਹ ਨਹੀਂ ਕਿ ਵੇਖਣਾ ਕਿ ਭੈਣ ਭਰਾ ਜਾਂ ਵੇਖ ਕਰਕੇ ਸਮਾਜ ਕੀ ਵੇਖੂਗਾ। ਬਾਕੀ ਨਿੱਜਰ ਸਾਹਿਬ ਕੀ ਸਾਨੂੰ ਕੋਈ ਰੋਕਦਾ ਵਾ ਕਾਮ ਦੇ ਲਈ, ਕ੍ਰੋਧ ਦੇ ਲਈ, ਲੋਭ ਦੇ ਲਈ, ਮੋਹ ਦੇ ਲਈ, ਹੰਕਾਰ ਦੇ ਲਈ? ਆਪਾਂ ਨੂੰ ਕੋਈ ਕਰਨ ਤੋਂ ਰੋਕਦਾ? ਦੱਸੋ ਮੈਨੂੰ। ਨਹੀਂ, ਕੋਈ ਨਹੀਂ ਰੋਕਦਾ। ਮੈਂ ਕਰਾਂਗਾ। ਪਰ ਇੱਕ ਗੱਲ ਹੈਗੀ ਆ, ਜੇ ਮੈਂ ਉਹ ਕੰਮ ਕਰਦਾ ਹੈ ਤੇ ਉਹਦਾ ਜੋ ਵੀ ਰਿਜ਼ਲਟ ਨਿਕਲੇਗਾ ਉਹ ਮੈਨੂੰ ਭੋਗਣਾ ਪੈਣਾ। ਬਿਲਕੁਲ, ਬਸ ਆਹੀ ਗੱਲ। ਕੁਦਰਤ ਇਹ ਨਹੀਂ ਕਹਿੰਦੀ ਸੱਜਾ ਪੈਰ ਚੁੱਕ ਖੱਬਾ ਚੁੱਕ। ਕੁਦਰਤ ਕਹਿੰਦੀ ਜਿਹੜਾ ਵੀ ਪੈਰ ਚੁੱਕ ਲਿਆ ਹੀ ਨਾ, ਜੇ ਤੂੰ ਗਲਤ ਪੈਰ ਚੁੱਕਿਆ ਤੇ ਉਹਦਾ ਰਿਜ਼ਲਟ ਹੈਗਾ ਹੀ ਆਲਰੇਡੀ ਫਿਕਸ ਸੀ। ਜਿੱਦਾਂ ਮਤਲਬ ਤੂੰ 7 ਰੁਪਏ ਦੀ ਟਿਕਟ ਲਈ ਨਾ, ਤੂੰ ਇੰਨੇ ਕਿਲੋਮੀਟਰ ਤੱਕ ਵੀ ਜਾ ਸਕਦਾ। ਕ੍ਰਾਈਟੇਰੀਆ ਹੈਗਾ ਵਾ, ਇੱਕ ਲਾਅ ਹੈਗਾ ਜਿਹਨੂੰ ਧਰਮਰਾਜ ਕਹਿੰਦੇ ਆ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਹਾਂ ਗੋਰਖੀ ਸਾਹਿਬ ਦੇਖੋ, ਹੁਣ ਜੇ ਆਪਾਂ ਨੇ ਪੈਰ ਚੁੱਕਿਆ ਆ ਤੇ ਪੈਰ ਜਿਹੜਾ ਟੋਏ ਦੇ ਵਿੱਚ ਜਾ ਰਿਹਾ, ਅੱਗੇ ਟੋਆ ਹੈਗਾ ਤੇ ਟੋਏ ਦੇ ਵਿੱਚ ਜਾਣਾ ਪਊਗਾ। ਉਹ ਤਾਂ ਫਲ ਤਾਂ ਭੋਗਣਾ ਪਊਗਾ ਨਾ। ਆਹੋ ਨਿੱਜਰ ਸਾਹਿਬ, ਹੁਣ ਆਪਾਂ ਕਹਿੰਦੇ ਆ ਕਿ ਨਫ਼ਰਤ ਨਹੀਂ ਕਰਨੀ ਚਾਹੀਦੀ ਹੈ ਨਾ। ਕਿਹਦਾ ਆ ਗਏ ਜੀ ਭਾਜੀ? ਏਦਾਂ ਵੀ ਤਾਂ ਹੈ ਨਾ, ਮਤਲਬ ਕਿ ਕਹਿੰਦੇ ਜਿੱਦਾਂ ਮੰਨ ਲਓ ਕੋਈ ਵੀ ਗਲਤ ਕੰਮ ਆਪਾਂ ਕਰ ਲੈਂਦੇ ਆ, ਚਾਹੇ ਗੁੱਸਾ ਕਰਦੇ, ਚਾਹੇ ਕੰਮ ਕਰਦੇ, ਕੁਝ ਵੀ ਕਰਦੇ ਆ, ਲੇਕਿਨ ਉਹਦੇ ਬਾਅਦ ਮਨ ਨੂੰ ਖੁਦ ਨੂੰ ਪਛਤਾਵਾ ਹੁੰਦਾ ਨਾ ਕਿ ਮੈਂ ਕਿਉਂ ਕੀਤਾ। ਮੰਨ ਲਓ ਗੁੱਸੇ ਦੇ ਵਿੱਚ ਆਪਾਂ ਕਿਸੇ ਗੁੱਸੇ ਵਿੱਚ ਆ ਕੇ ਕਿਸੇ ਨੂੰ ਕੁਝ ਬੋਲਤਾ ਆਪਾਂ, ਜਾਂ ਕੁਛ ਕਿਸੇ ਨੂੰ ਮਾਰਤਾ, ਕੁਛ ਕਰਤਾ, ਉਸ ਤੋਂ ਬਾਅਦ ਚ ਮਨ 'ਚ ਇੱਕ ਫੀਲਿੰਗ ਆਉਂਦੀ ਹੈ ਕਿ ਇਹ ਜੇ ਮੈਂ ਕਿਤੇ ਗਲਤ ਕੀਤਾ, ਇਹ ਤਾਂ ਦੀ ਫੀਲਿੰਗ ਮਨ 'ਚ। ਉਹ ਫੀਲਿੰਗ ਵੀ ਕਾਕੇ ਜਿਹੜੇ ਫੀਲਿੰਗ ਉਹਨਾਂ ਦੇ ਆਉਂਦੀ ਹੈ ਜਿਨ੍ਹਾਂ ਦੇ ਕੁਛ ਸੰਸਕਾਰ ਹੈਗੇ ਆ, ਜਿਨ੍ਹਾਂ ਦੇ ਕੁਛ ਨਹੀਂ ਤਾਂ ਬਾਕੀ ਤਾਂ ਉਹ ਮਨ ਨੂੰ ਤਾਂ ਉਹ ਤਾਂ ਮਨ ਨੂੰ ਮਾਰ ਹੀ ਦਿੰਦੇ ਆ। ਉਹ ਆਵਾਜ਼ ਹੀ ਨਹੀਂ ਸੁਣਦੇ, ਆਤਮਾ ਦੀ ਆਵਾਜ਼ ਉਹ ਤਾਂ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਇੱਥੇ ਵੀ ਹੈਗੇ, ਐਸੇ ਵੀ ਹੈਗੇ। ਉਹ ਪਤਾ ਕੀ ਆ ਵੀਰ ਜੀ, ਉਹ ਜਿਹੜੇ ਨਾ, ਤੁਸੀਂ ਤੇ ਸ਼ੁਕਰ ਕਰੋ ਕਿ ਤੁਹਾਡੇ ਕਿਸੇ ਦੇ ਅੰਦਰ ਫੀਲਿੰਗ ਆ ਜਾਂਦੀ ਆ ਕਿ ਕੰਮ ਗਲਤ ਆ। ਬੰਦਾ ਏਡਾ ਬੇਸ਼ਰਮ ਆ, ਮੰਨਦਾ ਹੀ ਨਹੀਂ ਆ। ਬਿਲਕੁਲ। ਇੱਕ ਵਾਰੀ ਨਹੀਂ, ਇੱਕ ਬੰਦਾ ਸ਼ਰਾਬੀ ਆ, ਰਾਤੀ ਸ਼ਰਾਬ ਪੀਂਦਾ, ਸਵੇਰੇ ਉੱਠਦਾ ਵਾਅਦਾ ਕਰਦਾ ਕਿ ਮੈਂ ਨਹੀਂ ਜੀ ਸ਼ਰਾਬ ਪੀਣੀ ਅੱਜ ਤੋਂ ਬਾਅਦ, ਸਾਰੇ ਨੂੰ ਕਹੂਗਾ ਘਰਦਿਆਂ ਨੂੰ, ਤੇ ਸ਼ਾਮੀ ਉਹ ਬੰਦਾ ਸਭ ਤੋਂ ਪਹਿਲਾਂ ਠੇਕੇ ਤੇ ਗਾੜੀ ਬੈਠਾ ਹੋਊਗਾ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਇਹੀ ਗੱਲ ਹਰੇਕ ਆਪਣੇ ਜਿਹੜੇ ਹੈਗੇ, ਆਪਾਂ ਜੋ ਵੀ ਕਰਮ ਕਰਦੇ ਆ, ਮੰਦੇ ਕਰਮ, ਉਹਨਾਂ ਦਾ ਇਹੀ ਹਾਲ ਹੁੰਦਾ, ਇਹੀ ਅਮਲ ਹੁੰਦੇ ਆ। ਮਹਾਰਾਜ ਕਹਿੰਦੇ ਅਮਲ ਹੋ ਗਿਆ, ਅਮਲੀ ਹੋ ਗਿਆ ਤੂੰ। ਇਸੇ ਨੂੰ ਕਹਿੰਦੇ ਆ ਵੀ ਜਿਹੜੇ ਆ ਵਿਆਧੀ ਕਹਿੰਦੇ, ਵਿਆਧ ਲੱਗ ਗਈ ਇਹਨੂੰ। ਆਦਿ ਵਿਆਧੀ ਉਪਾਧੀ, ਇਹ ਤਿੰਨੇ ਤਾਪ ਜਿਹੜੇ ਆਹੀ ਤਾਂ ਹੈ। ਸੌਰੀ ਵੀਰੇ, ਇੱਕ ਹੋਰ ਚੀਜ਼ ਹੈ, ਜਿੱਦਾਂ ਹੁਣ ਕਹਿੰਦੇ ਕਿ ਬੰਦੇ ਕਹਿੰਦੇ ਕਿਸੇ ਬੰਦੇ ਡਰਿੰਕ ਕੀਤੀ ਹੋਆ, ਡਰਿੰਕ ਕਰਨ ਤੋਂ ਬਾਅਦ ਮੰਨ ਲਓ ਕਿਸੇ ਨੂੰ ਕੁਛ ਬੋਲਦਾ ਹੈ ਜਾਂ ਕੁਛ ਕਰਦਾ ਹੈ, ਕਹਿੰਦੇ ਜੇ ਪੀਤੀ ਉਹਦੇ ਵਿੱਚ ਕਰਤਾ, ਪੀਤੀ ਉਹਦੇ ਵਿੱਚ, ਫਿਰ ਵੀਰੇ ਉਹਨੂੰ ਇਹ ਕਦੇ ਨਹੀਂ ਪਤਾ ਰਹਿੰਦਾ ਕਿ ਹਾਂ ਇਹ ਮੇਰੀ ਫੈਮਿਲੀ ਵਾਲੇ, ਮੈਂ ਫੈਮਿਲੀ ਵਾਲਿਆਂ ਨੂੰ ਨਹੀਂ ਬੋਲਣਾ, ਜਾਂ ਇਹ ਏਦਾਂ ਉਹਨਾਂ ਨੂੰ ਨਹੀਂ ਬੋਲਣਾ। ਇੰਨੇ ਉਹਨੇ ਦਿਮਾਗ ਵਿੱਚ ਸੋਚ ਕੰਮ ਕਰਦੇ ਕਿ ਇਹ ਚੀਜ਼ ਮੈਂ ਨਹੀਂ ਕਰਨਾ, ਤੇ ਬਾਕੀ ਦੂਜਿਆਂ ਦੇ ਨਾਲ ਤੇ ਉਹ ਕੰਮ ਕਰ ਲੈਂਦਾ। ਉਹ ਵੀ ਤਾਂ ਉੱਥੇ ਗੱਲ ਹੈ ਨਾ, ਉੱਥੇ ਵੀ ਬਸ ਫਿਰ ਉਸੇ ਲਈ ਤਾਂ ਫੜਿਆ ਜਾਂਦਾ। ਉਹ ਕਸੂਰਵਾਰ ਇਸੇ ਲਈ ਤਾਂ ਹੈ, ਫਿਰ ਭੋਗਣਾ ਤਾਂ ਇਸੇ ਲਈ। ਉਹ ਨਿੱਜਰ ਸਾਹਿਬ ਪਤਾ ਕੀ ਹੁੰਦਾ, ਉਹ ਮੈਂ ਸਮਝਾਉਣਾ ਵੀਰ ਨੂੰ, ਹੁੰਦਾ ਕੀ ਏਦਾਂ, ਉਹ ਅਸਲ ਦੇ ਵਿੱਚ ਨਾ ਵੀਰੇ, ਉਹ ਪਤਾ ਕੀ ਆ, ਸਾਡੇ ਕੋਲ ਨਾ ਉਹਨੂੰ ਸਬ ਕੌਂਸ਼ੀਅਸ ਮਾਈਂਡ ਕਹਿੰਦੇ ਆ ਆਪਾਂ ਨੂੰ। ਜਿਹੜਾ ਡਾਟਾ ਵਾ ਹੈ ਉਹ ਚਰਨਜੀਤ ਹੀ ਆ, ਬਹੁਤ ਚੰਗੀ ਤਰ੍ਹਾਂ ਚਰਨਜੀਤ ਨੂੰ ਜਾਣਦਾ ਹੈ। ਜਦੋਂ ਆਪਾਂ 9-7 ਸਾਲ ਦੇ 12 ਸਾਲ ਤੱਕ ਬੱਚੇ ਦੀ ਪ੍ਰੋਗਰਾਮਿੰਗ ਹੁੰਦੀ ਹੈ, ਉਹ ਐਡਾ ਖਤਰਨਾਕ ਸੌਫਟਵੇਅਰ ਆ, ਤੁਸੀਂ ਵੀ ਨਹੀਂ ਬਦਲ ਸਕਦੇ। ਪਰ ਤੁਹਾਨੂੰ ਫਿਰ ਵੀ ਉਦੋਂ ਪਹਿਲਾਂ ਵੀ ਇੱਕ ਵਾਰੀ ਸਮਝਾਇਆ ਸੀ, ਤੁਸੀਂ ਬੜੇ ਲੱਕੀ ਜੋ, ਪਰਮਾਤਮਾ ਨੇ ਤੁਹਾਨੂੰ 5% ਕੌਂਸ਼ੀਅਸ ਮਾਈਂਡ ਦਿੱਤਾ ਵਾ। 95% ਜਿਹੜਾ ਵਾ ਉਹ ਕਹਿੰਦੇ ਨਾ ਕਿ ਵਾਰਿਸ਼ਾਨੀ ਆਦਤਾਂ ਜਾਂਦੀਆਂ ਤੇ ਭਵੇ ਕੱਟੀਏ ਪੂਰੀਆਂ।
ਤੁਸੀਂ ਕਿਸੇ ਚੀਜ਼ ਨੂੰ ਕਰਦੇ ਜੋ ਤੇ ਉਹ ਮੁੜ ਕੇ ਉਹਨੂੰ ਤੋੜਨਾ ਬੜਾ ਔਖਾ। ਪਰ ਪਰਮਾਤਮਾ ਨੂੰ ਸਾਨੂੰ 5% ਕੌਂਸ਼ੀਅਸ ਮਾਈਂਡ ਦਿੱਤਾ ਵਾ, ਅਸੀਂ ਇਹਨੂੰ ਬਦਲ ਸਕਦੇ ਹਾਂ। ਹੁਣ ਤੁਸੀਂ ਸ਼ਰਾਬੀ ਬੰਦਾ ਦੇਖੋ ਕਿੰਨੀ ਸ਼ਰਾਬ ਪੀਤੀ ਹੁੰਦੀ ਆ, ਉਹ ਘਰੇ ਕਿਉਂ ਆ ਜਾਂਦਾ ਹੈ? ਕਿਉਂਕਿ ਉਹਦਾ ਸਬ ਕੌਂਸ਼ੀਅਸ ਮਾਈਂਡ ਤੇ ਸਾਰਾ ਡਾਟਾ ਹੈਗਾ, ਜਿਹਨੂੰ ਮੋਟਰ ਐਕਸ਼ਨ ਕਹਿੰਦੇ ਆ ਆਪਾਂ। ਇਹ ਜਦੋਂ ਆਪਾਂ ਸ਼ਰਾਬ ਪੀ ਲੈਂਦੇ ਹਾਂ ਫਿਰ ਕੌਂਸ਼ੀਅਸ ਮਾਈਂਡ ਜਾਂਦਾ ਸੌਂ, ਤੇ ਉਦੋਂ ਜਿਹੜਾ ਸਬ ਕੌਂਸ਼ੀਅਸ ਮਾਈਂਡ ਜਿਹੜੀਆਂ ਗਾਲਾਂ ਗੁਲਾਂ ਹੈਗੀਆਂ ਉਹਨੇ ਉਹੀ ਬਕਵਾਸ ਬੋਲਣੀ ਹੈ। ਉਹ ਕੁਦਰਤੀ ਤੌਰ ਤੇ ਦਿੰਦੇ ਜੋ ਹੈਗਾ ਪ੍ਰੋਗਰਾਮਿੰਗ ਉਹਨੇ ਭਰੀ ਆ। ਜੇ ਕਿਸੇ ਲਈ ਨਫ਼ਰਤ ਹੈ, ਤੁਸੀਂ ਵੇਖਿਆ ਨਹੀਂ ਆ ਸ਼ਰਾਬੀ ਬੰਦੇ ਅਕਸਰ ਸ਼ਰਾਬ ਪੀ ਕੇ ਘਰ ਦੇ ਕਿਸੇ ਮੈਂਬਰ ਨੂੰ ਖਾਸ ਕਰਕੇ ਫਾਲਤੂ ਗੱਲਾਂ ਕਰਦੇ ਨੇ, ਜਿਹਨੇ ਉਹ ਏਦਾਂ ਨਹੀਂ ਗੱਲ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉਹਦੀਆਂ ਗੱਲਾਂ ਜਿਹੜੀਆਂ ਅਚੇਤਨ ਮਨ ਚ ਪਈਆਂ ਨੇ, ਤੇ ਜਿਹਨੇ ਚੇਤਨ ਮਨ ਚ ਉਹ ਬੋਲਦਾ ਇਸ ਕਰਕੇ ਨਹੀਂ, ਉਹਨੂੰ ਪਤਾ ਜਿਵੇਂ ਬੋਲੂਗਾ ਕਿ ਚਪੇੜ ਨਾ ਪੈ ਜੇ, ਕੀਤਾ ਮਾੜਾ ਚੰਗਾ ਨਾ ਹੋਵੇ, ਰੌਲਾ ਨਾ ਪੈ ਜੇ। ਜਦੋਂ ਸ਼ਰਾਬ ਪੀ ਲੈਂਦਾ ਉਦੋਂ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ, ਉਹ ਸੱਚ ਬੋਲਦਾ ਫਿਰ ਉਦੋਂ। ਵੀਰ ਇਹ ਵੀ ਗੱਲ ਨਾਲ ਕਹਿੰਦੇ ਨਾ ਉੱਥੇ ਕਹਿੰਦੇ ਜਿਹੜਾ ਬੰਦਾ ਮਤਲਬ ਡਰਿੰਕ ਕੀਤੀ ਜਾਂ ਕੁਛ ਕੀਤੀ ਉਹ ਕਰਕੇ ਕਹਿੰਦਾ ਜੋ ਬੋਲਦਾ ਉਹਦੇ ਮਨ ਦੀ ਗੱਲ ਆਪਣੀ ਬੋਲਦੇ, ਮਨ ਚ ਮਤਲਬ ਜੋ ਹੁੰਦਾ ਉਹ ਚੀਜ਼ ਉਹਦੇ ਬਾਹਰ ਆ ਜਾਂਦਾ। ਜਿੱਦਾਂ ਮੰਨ ਲਓ ਉਹਦੇ ਮਨ ਚ ਕੋਈ ਫੀਲਿੰਗ ਹੈ ਤਾਂ ਉਹ ਚੀਜ਼ ਐਕਸਪ੍ਰੈਸ ਕਰ ਦਿੰਦਾ ਕਿ ਹਾਂ ਏਦਾਂ ਬੋਲਣਾ ਏਦਾਂ ਬੋਲਣਾ। ਨਹੀਂ ਉਹਦਾ ਕੰਟਰੋਲ ਨਹੀਂ ਦਿੰਦਾ ਭਾਜੀ, ਹੋਰ ਕੋਈ ਬੁੱਧੀ ਨਹੀਂ ਹੈਗੀ ਨਾ, ਹੁਣ ਹੋਰ ਕੋਈ ਮਸ਼ੀਨ ਹੀ ਆ, ਹੁਣ ਬਸ ਮਸ਼ੀਨ ਤੇ ਕੰਟਰੋਲ ਕੋਈ ਨਹੀਂ, ਉਹ ਤੇ ਮੋਟਰ ਐਕਸ਼ਨ ਹੈ। ਪਰ ਪਹਿਲਾਂ ਜਿਹੜਾ ਹੁੰਦਾ ਵਾ ਬੰਦਾ ਬੜਾ ਤੇਜ਼ ਹੁੰਦਾ, ਬੰਦਾ ਅੱਖਰ ਬਦਲ ਦਿੰਦਾ ਵਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਹੁਣ ਤੁਹਾਡੇ ਲਈ ਬੜੀ ਤਾਰੀਫ ਕਰਾਂ, ਮੈਂ ਤੁਹਾਡੇ ਲਈ ਬੜਾ ਚੰਗਾ ਭਲਾ ਕੀਤਾ, ਮੰਦਰੋਂ ਕਿੰਨਾ ਘਟੀਆ ਬੰਦਾ। ਇਹ ਇਨਸਾਨ ਏਦਾਂ ਹੀ ਡਬਲ ਪਰਸਨੈਲਿਟੀ ਬਣਾ ਕੇ ਬੈਠਾ ਹੈ, ਮੂੰਹ ਤੇ ਕੁਝ ਰਾਮ ਰਾਮ ਬਗਲ ਮੇਂ ਛੁਰੀ। ਉਹ ਜਦੋਂ ਸ਼ਰਾਬ ਪੀਂਦਾ ਹੈ ਉਦੋਂ ਫਿਰ ਜਿਹੜਾ ਰਾਮ ਰਾਮ ਮੂੰਹ ਤੇ ਨਹੀਂ ਕਹਿੰਦਾ, ਫਿਰ ਮੂੰਹ ਤੇ ਵੀ ਛੁਰੀ ਵਾਲਾ ਹੀ ਕੰਮ ਆ ਜਾਂਦਾ ਵਾ, ਜੋ ਉਹਦੇ ਅੰਦਰ ਹੈਗਾ ਉਹ ਬਕ ਦੇਣਾ ਉਹਨੇ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਹਾਂਜੀ ਆਖਰੀ ਬੰਦ ਹੈ, ਤੀਸਰਾ ਬੰਦ ਆ ਗਿਆ। ਕਹੋ ਕਬੀਰ जैसे सुंदर स्वरूप, नाम बिना जैसे कुबज करूप। फिर कबीर जी कह रहे कहते तू इन्ना सोहना शरीर लैके आया है, इन्ना सोहना शरीर है तेरा, बड़ा सुंदर है, बहुत सुंदर शरीर मिलिया तेन, कोई बीमारी नहीं है, इन्ना सोहना शरीर हैगा। कहते नाम नहीं हैगा ना तेरे को, ते कहते जेड़ा हुंदा ना कुब्बा हुंदा ना, कुब्बा ਕਹਿੰਦੇ ਕੁੱਬੇ ਵਾਂਗੂ ਹੈਗਾ ਹੈ ਤੂੰ, ਕਰੂ ਬਹੁਤ ਹੀ ਭੈੜਾ। ਭਾਵੇਂ ਤੇਰਾ ਸਰੀਰ ਸੋਹਣਾ ਹੈ, ਕੋਈ ਬਿਮਾਰੀ ਨਹੀਂ ਹੈ, ਪਰ ਨਾਮ ਤੋਂ ਬਗੈਰ ਕਹਿੰਦੇ ਕੁੱਬਾ ਹੈ ਔਰ ਭੈੜਾ ਹੈਗਾ ਹੈ। ਹਾਂਜੀ ਵੀਰ। ਹੁਣ ਸਾਧ ਸੰਗਤ ਜੀ ਇੱਕ ਦੁਨੀਆ ਤੇ ਨਾ ਬੜੀ ਵੱਡੀ ਗਲਤਫਹਿਮੀ ਆ, ਉਹਦੇ ਵਿੱਚ 99% ਲੋਕ ਜਿਹੜੇ ਨਾ ਉਲਝ ਗਏ। ਅਧਿਆਤਮਿਕ ਸਫ਼ਰ ਤੇ ਚੱਲਣਾ ਤੇ ਮੰਜ਼ਿਲ ਤੇ ਪਹੁੰਚ ਜਾਣੇ ਚ ਬੜਾ ਫਰਕ ਹੈ ਨਿਜਰ ਸਾਹਿਬ। ਲੋਕ ਚੱਲਣ ਨੂੰ ਹੀ ਧਾਰਮਿਕ ਹੋਣਾ ਸਮਝ ਬੈਠੇ ਨੇ। ਬਹੁਤ ਵਧੀਆ ਜੀ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਇੱਥੇ ਮੈਂ ਵੇਖਦਾ ਪਿਆ ਵਾਂ, ਲੋਕੀ ਪਤਾ ਕੀ ਸੋਚਦੇ ਆ, ਅੱਛਾ ਜੀ ਕਿੱਥੇ ਜਾਣਾ ਜੀ? ਬੰਬੇ। ਠੀਕ ਹੈ, ਚਰਨਜੀਤ ਮਾਂ ਦਾ ਪੁੱਤ ਤਿਆਰ। ਚਰਨਜੀਤ ਨੇ 50 ਕਿਲੋਮੀਟਰ ਸਫ਼ਰ ਨਹੀਂ ਕੀਤਾ ਤੇ ਇਹ ਸੋਚ ਮੈਂ ਪਹੁੰਚ ਗਿਆ ਬੰਬੇ ਨਿਜਰ ਸਾਹਿਬ। ਪਰ ਧਰਮ ਨਹੀਂ ਜੇ, ਧਰਮ ਦਾ ਮਤਲਬ ਮੁਕਤ ਹੋ ਜਾਣਾ, ਉਸ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਜਿਹੜਾ ਰਾਹ ਚ ਤੁਰੇ ਫਿਰਦੇ ਉਹ ਪਹੁੰਚੇ ਥੋੜੀ ਆ, ਆਉਣ ਦਾ ਪ੍ਰੋਸੈਸ। ਬਿਲਕੁਲ ਸਹੀ ਗੱਲ, ਬਿਲਕੁਲ। ਕੱਚੀ ਸਬਜ਼ੀ ਲਈ ਫਿਰਦੇ ਲੋਕੀ ਤੇ ਕਹਿੰਦੇ ਅਸੀਂ ਪੱਕ ਗਏ ਆ, ਉੱਥੇ ਬੂਟਾ ਲਾਇਆ ਕੋਈ ਨਾ, ਇੱਕ ਨਿੱਕਾ ਜਿਹਾ ਬੂਟਾ ਲਾਇਆ, ਉਹ ਕਹਿੰਦੇ ਜੀ ਇਹਨੂੰ ਫਲ ਵੀ ਲੱਗਣ ਡਿਆ ਪਿਆ। ਵਾਹ। ਉਹਨੇ ਲਾਉਣ ਤੋਂ ਪਹਿਲਾਂ ਹੀ ਮਿੱਠੂ ਦੇ ਫਿਰ ਆਂਡੇ ਹੋ ਗਏ ਨਾ। ਹਾਂ, ਤੇ ਉਹੋ ਜਿਹੇ ਪੜ੍ਹਾਉਣ ਵਾਲੇ ਤੇ ਉਹੋ ਜਿਹੇ ਪੜ੍ਹਨ ਵਾਲੇ। ਉਹ ਚ ਬਾਣੀ ਜੀ ਕਬੀਰ ਜੀ ਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ, ਕਹਿੰਦੇ ਅੰਨਾ ਠੇਲੀਏ। ਉਹ ਕਹਿੰਦਾ ਇੱਕ ਅੰਨਾ ਬੰਦਾ ਦੂਜੇ ਅੰਨੇ ਨੂੰ ਠੇਲਦਾ ਔਰ ਉਹਨੂੰ ਇੱਕ ਐਸਾ ਚੂਸਨੀ ਮੂੰਹ ਚ ਪਾ ਦਿੰਦਾ ਹੈ ਕਿ ਬਈ ਇਹ ਸ਼ਹਿਦ ਦੀ ਹੈਗੀ, ਉਹ ਵਿਚਾਰਾ ਉਹ ਵੀ ਮੂੰਹ ਚ ਪਾ ਕੇ ਬੈਠਾ ਰਹਿੰਦਾ। ਪਰ ਮੈਂ ਤੇ ਕਹਿੰਦਾ ਜੇ ਮੂੰਹ ਚ ਪਾਈ ਆ, ਕਬੀਰ ਜੀ ਕਹਿੰਦੇ ਤੁਹਾਡੇ ਮੂੰਹ ਚ ਖੋਲ ਲੈਂਦੇ ਹੋ, ਚੂਸਨੀ ਖਿੱਚ ਲੈਂਦੇ ਹੋ। ਤੁਸੀਂ ਕਹਿੰਦੇ ਦੰਦ ਹੀ ਘੁੱਟ ਲਏ ਆ, ਉਹ ਤੁਹਾਡੇ ਮੂੰਹ ਚ ਪਾ ਕੇ ਨਾ ਜਬਾੜਾ ਖੋਲ ਕੇ ਵਿੱਚੋਂ ਚੂਸਨੀ ਬਾਹਰ ਕੱਢ ਕੇ ਸੁੱਟ ਦਿੰਦੇ ਆ ਕਬੀਰ। ਕਮ ਸੇ ਕਮ ਉਹ ਕਹਿੰਦੇ ਤੈਨੂੰ ਤੇਰੇ ਕੋਲ ਕੁਛ ਨਾ ਆਊਗਾ, ਤੈਨੂੰ ਸ਼ਰਮ ਤੇ ਆਵੇ। ਬਿਲਕੁਲ। ਤੇਰੇ ਕੋਲ ਥੋੜੀ ਬਹੁਤੀ ਨਕਲੀ ਚੀਜ਼ ਹੈਗੀ, ਖੋਲ ਲੈਂਦੇ ਆ। ਬਾਣੀ ਤੋਂ ਕਰਨ ਦੀ, ਬਾਣੀ ਕੁਛ ਨਹੀਂ ਕਰਦੀ। ਉਹ ਕਹਿੰਦਾ ਤੇ ਤੂੰ ਨਕਲੀ ਖੋਲੀਏ, ਕਮ ਸੇ ਕਮ ਤੇਰੇ ਮੰਦਰ ਕੰਪਨ ਪੈਦਾ ਹੋਵੇ, ਤੂੰ ਅਸਲੀ ਲੱਭ ਵੀ ਲਵੇਂ। ਹੁਣ ਤੇ ਤੂੰ ਅਜੇ ਤੁਰਿਆ ਮਾਂ ਦਾ ਸਿਰ, ਤੂੰ ਬੈਠਾ ਹੀ ਘਰੇ ਆ ਤੇ ਤੂੰ ਸੋਚਦਾ ਕਿ ਮੈਂ ਧਾਰਮਿਕ ਆ। ਉਹ ਨਿੱਜਾ ਸਾਹਿਬ ਏਦਾਂ ਹੀ ਕਰਦੀ ਦੁਨੀਆ, 2 ਪਾਠ ਪੜ੍ਹਦੀ ਆ ਮੇਰੇ ਵਰਗਾ, ਤੇ ਨਹਾ ਕੇ ਹਾਂਜੀ ਵੀ ਆ ਮੈਂ ਇੰਨੇ ਪਾਠ ਕਰ ਲਏ ਜੇ, ਆ ਮੈਂ ਇੰਜ ਕਰ ਲਿਆ ਜੀ, ਮੈਂ ਧਾਰਮਿਕ ਹੋ ਗਿਆ। ਏਦਾਂ ਧਾਰਮਿਕ ਕਿੱਥੋਂ ਹੋ ਜਾਂਦਾ? ਅਧਿਆਤਮਿਕ ਦਾ ਮਤਲਬ ਆ ਕਿ ਤੇਰੇ ਜੀਵਨ ਚ ਧਰਮ ਹੋਇਆ ਆਇਆ, ਦੂਜਿਆਂ ਨੂੰ ਹੱਕਣ ਲੱਗ ਜਾਂਦਾ। ਗੁਰਕੀ ਸਾਹਿਬ ਦੂਜਿਆਂ ਨੂੰ ਹੱਕਣ ਲੱਗ ਜਾਂਦਾ ਉਸੇ ਵੇਲੇ।
ਆਪੇ ਦੂਜੇ ਨੂੰ ਕਹਿੰਦਾ ਵੀ ਤੂੰ ਨਹੀਂ 5 ਬਾਣੀਆਂ ਦਾ ਪਾਠ ਕਰਦਾ ਤੇ ਤੂੰ ਨਾਸਤਿਕ ਹੈ। ਤੇ ਉਹ ਜਦ ਕਿ ਉਹ ਭੁੱਲਿਆ ਉਹ ਬਾਣੀ ਤੇ ਲਿਖਿਆ ਕਿ ਭਲਾ ਉਹ ਪੜ੍ਹ ਲਾ। ਹਾਂਜੀ ਨਜ਼ਰ ਸਾਹਿਬ ਕਹਿੰਦੇ ਤੇ ਹਾਂਜੀ ਅਗਲੀ ਕਹਿੰਦੇ ਨਾਮ ਬਿਨਾ जैसे कुबज नहीं नाम भी नहीं, एक सेकंड जी, कहो कबीर जैसे सुंदर स्वरूप नाम बिना जैसे कुबज कुरूप। देख लो कहते तो इन्ना सोहना शरीर है, कहते नाम नहीं हैगा ना, ध्यान सिमरन है नहीं गा, कहते बिल्कुल तू कुब्बा हैगा है, बिल्कुल कुब्बा होया पिया और बहुत ही भैड़ी शक्ल है तेरी। हाँ जी एक कहते आ कुरूप बड़ा माड़ा वर्ड है। हाँ एक ते ਇੱਕ ਹੁੰਦਾ ਨਾ ਸੁੰਦਰ, ਹਾਂ ਇੱਕ ਨਾਰਮਲ ਹੁੰਦਾ ਇੱਕ ਨਾਰਮਲ ਹੁੰਦਾ, ਇੱਕ ਕਹਿੰਦੇ ਤੂੰ ਕਰੂਪ ਆ, ਤੇਰੀ ਸ਼ਕਲ ਦੇਖ ਕੇ ਸਾਨੂੰ ਡਰ ਆਉਂਦਾ। ਕਿ ਜਿਹੜੇ ਬੰਦੇ ਦੇ ਜ਼ਿੰਦਗੀ 'ਚ ਨਾਮ ਨਹੀਂ ਹੈਗਾ, ਕਹਿੰਦੇ ਉਹਦੀ ਇੰਨੀ ਸ਼ਕਲ ਗੰਦੀ ਆ, ਇੰਨਾ ਕਰੂਪ ਹੈਗਾ, ਭੈੜਾ ਸ਼ਕਲ ਵਾਲਾ ਹੈ, ਉਹਦੀ ਸ਼ਕਲ ਨਾ ਵੇਖੋ। ਇਹ ਸੱਚ ਗੱਲ ਹੈਗੀ ਆ। ਸ਼ਕਲ ਕਹਿੰਦਾ ਬੜਾ ਸੋਹਣਾ ਵਾ, ਕਹਿੰਦਾ ਸੋਹਣੇ ਨੂੰ ਤੇ ਛੱਡ ਦੋ, ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਦੇ ਵਰਗਾ ਧਰਤੀ ਤੇ ਬੰਦਾ ਕਰੂਪ ਕੋਈ ਨਹੀਂ ਹੈਗਾ ਜੀ। ਦੇਖੋ ਬਾਣੀ ਕਿੰਨੀ ਸਖਤ ਉਚਾਰੀ ਹੈ, ਕਿਹਨਾਂ ਨੂੰ ਉਠਾਉਣ ਵਾਸਤੇ, ਸਾਨੂੰ ਉਠਾਉਣ ਵਾਸਤੇ। ਹਾਂਜੀ ਨਜ਼ਰ ਸਾਹਿਬ ਹੁਣ ਇਸ ਤੋਂ ਬਾਅਦ ਇਮੀਡੀਏਟਲੀ ਕਬੀਰ ਜੀ ਜਿਹੜਾ ਹੈਗਾ ਦੂਸਰਾ ਜਿਹੜਾ ਹੈਗਾ ਪੱਖ ਲੈ ਰਹੇ। ਹੁਣ ਸੀਨ ਬਦਲ ਰਹੇ ਕਬੀਰ ਜੀ ਅਗਲੇ ਸ਼ਬਦ ਦੇ ਵਿੱਚ। ਹੁਣ ਕਹਿੰਦੇ ਆ ਜਿਹੜਾ ਭਗਤੀ ਕਰਦਾ ਹੈ ਉਹ ਕਿਹੋ ਜਿਹਾ ਹੈਗਾ। ਗੌੜੀ ਕਬੀਰ ਜੀ ਜੋ ਜਨ ਲੈ ਖਸਮ ਕਾ ਨਾਉ, ਜੋ ਜਨ ਲੈ ਖਸਮ ਕਾ ਨਾਉ, ਜਿਹੜਾ ਧਿਆਨ ਸਿਮਰਨ ਕਰਦਾ ਹੈ, ਪਰਮਾਤਮਾ ਦਾ ਨਾਮ ਲੈਂਦਾ ਹੈ, ਬੰਦਗੀ ਕਰਦਾ ਹੈ, ਤਿੰਨ ਕੈ ਸਦ ਬਲਿਹਾਰੇ ਜਾਉ। ਕਹਿੰਦੇ ਮੈਂ ਤਾਂ ਹਮੇਸ਼ਾ ਉਸ ਤੋਂ ਬਲਿਹਾਰ ਜਾਣਾ ਹੈ, ਮੈਂ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ ਉਸ ਤੋਂ, ਐਸੇ ਇਨਸਾਨ ਤੋਂ। ਜੋ ਜਨ ਲੈ ਖਸਮ ਕਾ ਨਾਉ ਤਿੰਨ ਕੈ ਸਦ ਬਲਿਹਾਰੇ ਜਾਉ, ਸੋ ਨਿਰਮਲ ਹਰ ਗੁਣ ਗਾਵੈ। ਕਹਿੰਦੇ ਉਹ ਨਿਰਮਲ ਹੋ ਜਾਏਗਾ ਭਾਈ, ਕਿਉਂਕਿ ਉਹ ਨਿਰਮਲ ਪਰਮਾਤਮਾ ਦਾ ਗੁਣ ਗਾ ਰਿਹਾ ਹੈ, ਨਿਰਮਲ ਮਾਲਕ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ, ਉਹ ਨਿਰਮਲ ਸਾਬਣ ਵਰਤ ਰਿਹਾ ਹੈ ਭਾਈ। ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇ ਕਰਨ, ਨਾਮ ਦਾ ਸਾਬਣ ਵਰਤ ਰਿਹਾ ਹੈ ਉਹ। ਸੋ ਭਾਈ ਮੇਰੇ ਮਨੇ ਭਾਵ ਹੈ, ਕਹਿੰਦੇ ਉਹ ਤਾਂ ਮੇਰਾ ਭਰਾ ਆ ਭਾਈ, ਉਹ ਤਾਂ ਮੈਨੂੰ ਚੰਗਾ ਲੱਗਦਾ ਹੈ, ਮੈਨੂੰ ਉਹਦੀ ਸੰਗਤ, ਮੈਂ ਉਹਦੀ ਸੰਗਤ ਮੰਗਦਾ ਹੈ। ਰਹਾਓ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਜਿਹੜਾ ਰੱਬ ਦਾ ਨਾਮ ਲੈਂਦਾ, ਹਾਂ ਇਹ ਤੇ ਇਹ ਨਹੀਂ ਕਹਿ ਕੇ ਗੁਰੂ ਦਾ ਕਿਤੇ ਜਾ ਕੇ ਤੇ ਗੋਡਾ ਨੱਪੀ ਜਾਣਾ, ਉਹ ਜਾ ਕੇ ਉਹਦਾ ਨਾਮ ਲੈਣਾ, ਫਿਰ ਉਹਨੇ ਰੱਬ ਨੂੰ ਬੁਲਾਉਣਾ। ਉਹ ਗੱਲ ਵੇਖੋ ਟੈਕਟ ਕਰਦੇ ਆ ਕਿਤੇ ਕਿੰਨੀ ਕੁ ਕਬੀਰ ਜੀ ਦੀ ਬਾਣੀ ਕਿਤੇ ਕਿੰਨੀ ਕੁ ਔਖੀ ਹੈ। ਕਹਿੰਦੇ ਕਿ ਜਿਹੜਾ ਰੱਬ ਦਾ ਨਾਮ ਲੈਂਦਾ, ਕਹਿੰਦਾ ਮੈਂ ਉੱਥੋਂ ਬਲਿਹਾਰੇ ਜਾਂਦਾ। ਮਾਂ ਨਹੀਂ ਕਹਿੰਦੀ ਪੁੱਤ ਮੈਂ ਤੇ ਇੱਥੇ ਬਲਿਹਾਰੇ ਜਾਂਦੀ। ਬਿਲਕੁਲ। ਉਹ ਕਹਿੰਦੇ ਜੀ ਰੱਬ ਦਾ ਨਾਮ ਲੈਂਦਾ, ਬ੍ਰਹਮ ਦੀ ਭਗਤੀ ਕਰ ਰਿਹਾ ਹੈ ਤੇ ਮੈਂ ਉੱਥੋਂ ਬਲਿਹਾਰੇ ਜਾਂਦਾ। ਪਵਨ ਜੀ ਤੁਹਾਡਾ ਮਾਈਕ ਔਨ ਹੋ ਗਿਆ ਜੀ। ਤੇ ਆਪ ਹੀ ਬੰਦ ਕਰ ਦਿਓ ਇਹਨਾਂ ਨੂੰ। ਪਵਨ ਜੀ ਤੁਹਾਡਾ ਮਾਈਕ ਔਨ ਜੀ। ਇੱਕ ਮਿੰਟ ਕਰ ਸਕਰੀਨ ਤੋਂ ਮਾਰੋਗੇ ਨਾ। ਹਾਂ ਜੀ। ਇਹ ਸਾਧ ਸੰਗਤ ਜੀ ਕਹਿੰਦੇ ਕਿ ਜਿਹੜਾ ਵੀ ਬੰਦੇ ਦਾ, ਕਹਿੰਦੇ ਜੋ ਜਨ ਲੇਖ ਖਸਮ ਕਾ ਨਾਮ, ਖਸਮ ਦਾ ਮਤਲਬ ਪਤਾ ਜੀ? ਪਰਮਾਤਮਾ, ਮਾਲਕ ਹੈ। ਕਹਿੰਦੇ ਜੈਸੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਮਿੰਦਾ ਜਿੱਦਾਂ ਦੀ ਬਾਣੀ ਹੁੰਦੀ, ਖਸਮ ਦਾ ਮਤਲਬ ਉਹ। ਤੇ ਇਹ ਕਹਿੰਦੇ ਕਿ ਜਿਹੜਾ ਖਸਮ ਦਾ ਨਾਂ ਲੈਂਦਾ ਤਿੰਨ ਕੇ ਪਤਾ ਬਲਿਆ, ਉਹ ਕਹਿੰਦਾ ਮੈਟਰ ਕੋਈ ਨਹੀਂ ਕਰਦਾ, ਉਹ ਕਿੱਦਾਂ ਦਾ ਬੰਦਾ ਆ, ਮੈਂ ਉਹ ਤੋਂ ਬਲਿਆਰੇ ਜਾਣਾ। ਬਸ ਪਹਿਲੀ ਗੱਲ ਤੇ ਇੱਕ ਹੀ ਬੜੀ ਵੱਡੀ ਗੱਲ ਹੈ। ਕਹਿੰਦਾ ਰੱਬ ਦੀ ਬੰਦਗੀ ਕਰਨ ਦਿਆ ਨਾ, ਉਸ ਤੋਂ ਬਾਅਦ ਫੁੱਲ ਸਟਾਪ। ਕੁਝ ਕਿਹਾ ਵੀ ਨਹੀਂ ਕਿ ਉਹ ਕਿੱਦਾਂ ਦੀ ਬੰਦਗੀ ਕਰ ਰਿਹਾ, ਨਹੀਂ ਕਰ ਰਿਹਾ, ਬੈਠਾ ਉੱਠਿਆ ਖਲੋਤਾ, ਕੀ ਰੂਪ ਆ, ਕੀ ਰੰਗ ਆ, ਕੋਈ ਕੁਲ ਦੀ ਗੱਲ ਨਹੀਂ ਕੀਤੀ। ਉਹ ਕਿੱਥੇ ਜਾਂਦਾ, ਉਹ ਕੀ ਨਹੀਂ ਕਰਦਾ, ਕੀ ਕਰਦਾ, ਇਹ ਮੈਟਰ ਨਹੀਂ ਕਰਦਾ। ਕਹਿੰਦਾ ਜਿਹੜਾ ਖਸਮ ਦਾ ਨਾਂ ਲੈਂਦਾ ਜਿਹਨੂੰ, ਨੰਬਰ 2 ਮੈਂ ਉਹ ਤੋਂ ਬਲਿਹਾਰੇ ਜਾਂਦਾ। ਪਰ ਪਰਮਾਤਮਾ ਬ੍ਰਹਮ ਦੀ ਗੱਲ ਕਰਦਾ, ਜੋ ਕਿ ਸਧਾਰਨ ਬੰਦੇ ਦੀ ਭਗਤੀ ਕਰਨ ਦੀ ਗੱਲ ਨਹੀਂ ਕਰਦਾ, ਕਿ ਦੇਵੀ ਦੇਵਤੇ ਦੀ ਪੂਜਾ ਦੀ ਗੱਲ ਨਹੀਂ ਕਰ ਰਹੇ। ਉਹ ਖਸਮ ਦੀ ਗੱਲ ਕਰਦੇ ਆ। ਖਸਮ ਤੋਂ ਭਾਵ ਇਹ ਜਿਹੜਾ ਖਸਮ ਦਾ ਘਰ ਆ, ਜਿੱਥੇ ਆਪਾਂ ਰਹਿੰਦੇ ਆ ਨਾ, ਧਰਤੀਆਂ ਧੋਤੀਆਂ, ਆ ਸੂਰਜ ਤਾਰਾ ਚ, ਇਹ ਕਹਿੰਦੇ ਕਹਿੰਦੇ ਬ੍ਰਹਿਮੰਡ ਚ ਸਭ ਤੋਂ ਛੋਟਾ ਜਿਹਾ ਸੂਰਜ ਹੈ, ਨਿੱਕਾ ਜਿਹਾ ਬੱਚਾ ਸੂਰਜ। ਦੂਜੇ ਸੂਰਜ ਪਤਾ ਨੀ ਕਿੱਡੇ ਕਿੱਡੇ ਵੱਡੇ ਆ। ਇਹ ਖਸਮ ਨੇ ਬਣਾਏ ਨੇ ਸਾਰੇ। ਇਹਨਾਂ ਦਾ ਜਿਹੜਾ ਉਹ ਜਿਹਨਾਂ ਨੂੰ ਧਰਮ ਦੇ ਵਿੱਚ ਉਹਨੇ ਪਰੋਇਆ ਵਾ, ਜਿੱਦਾਂ ਮੋਤੀ ਆਪਾਂ ਮਾਲਾ ਚ ਪਰੋਂਦੇ ਨਾ, ਉਸੇ ਤਰ੍ਹਾਂ ਇਹ ਸਾਰੇ ਆਪਣੇ ਹੁਕਮ ਦੇ ਵਿੱਚ ਬੱਝੇ ਹੋਏ ਨੇ। ਹੁਕਮ ਅੰਦਰ ਸਭ ਕੁਝ, ਬਾਹਰ ਹੁਕਮ ਨਾ ਕੋਏ। ਕਹਿੰਦੇ ਉਹ ਖਸਮ ਆ, ਉਹਦੀ ਭਗਤੀ ਜਿਹੜਾ ਕਰਦਾ ਹੈ ਤੇ ਮੈਂ ਬਲਿਹਾਰੇ ਜਾਂਦਾ ਵਾਂ। ਦੂਜੀ ਗੱਲ ਨਹੀਂ ਕਰ ਰਿਹਾ। ਹਾਂਜੀ ਨਜ਼ਰ ਸਾਹਿਬ ਅਗਲੀ ਤੁਕ ਬੋਲੋ।
वो कहते कबीर साहब ये जो जिसे अंबर तारे किने चीते चीतन हारे कहते किने किने ऊपर लाए है दस मैनू समझा ਜਿਹੜੇ ਇਹਨੇ ਪਲੈਨਟ ਹੈਗੇ ਤੂੰ ਵੀ ਲਾ ਦੇ ਕੁਝ ਤੂੰ ਵੀ ਪੈਦਾ ਕਰ ਦੇ ਤੇਰਾ ਮੈਂ ਤੇ ਹੋਰ ਹੈਰਾਨ ਹੁੰਦਾ ਕਿ ਸੂਰਜ ਨੂੰ ਨਾਰਮਲੀ ਅੱਗ ਨੂੰ ਬਾਲਣ ਵਾਸਤੇ 3 ਚੀਜ਼ਾਂ ਚਾਹੀਦੀਆਂ ਉਹਨੂੰ ਚਾਹੀਦੀ ਆ ਹੀਟ ਆਕਸੀਜਨ ਤੇ ਮਟੀਰੀਅਲ ਤੇ ਮੈਂ ਇਹ ਸੂਰਜ ਨੂੰ ਅੱਗ ਕਿਨੇ ਲਾਈ ਆ ਦੇਖ ਲਓ ਇਹ ਵੀ ਲਾਈ ਆ ਕੋਈ ਮੇਰੇ ਵਰਗਾ ਨਜ਼ਰ ਕਿੱਡੀ ਕੁ ਸੋਚ ਹੋਊਗੀ 2 ਸਾਲ 4 ਸਾਲ ਲੱਖ ਸਾਲ ਉਹ ਵੇਖੋ ਪਤਾ ਨਹੀਂ ਕਹਿੰਦੇ ਕਰੋੜਾਂ ਸਾਲ ਦਾ ਅਰੇਂਜਮੈਂਟ ਕੀਤਾ ਅਗਲੇ ਨੇ ਦੇਖ ਲਓ ਕਮਾਲ ਹੋਈ ਪਈ ਹੈ ਗੁਰਕੀ ਸਾਹਿਬ ਹੈਰਾਨ ਹੀ ਹੋਈ ਜਾਂਦਾ ਨੇ ਇੱਕਦਮ ਜਿਹੜਾ ਹੈਗਾ ਨਾ ਬੁੱਧੀ ਕੰਮ ਨਹੀਂ ਕਰਦੀ ਇਸ ਤੋਂ ਬਾਅਦ ਬਸ ਨਿੰਜਲ ਸਾਹਿਬ ਬੁੱਧੀ ਦੇ ਪੱਲੇ ਕੁਛ ਵੀ ਨਹੀਂਗਾ ਬੁੱਧੀ ਮਾੜੇ ਮੋਟੇ ਸਮੋਸੇ ਬਣਾਉਣ ਜੋਗੀ ਆਪਣੀ ਬੁੱਧੀ ਗਹਿਰੀ ਨਹੀਂ ਹੈਗੀ ਬੰਦਾ ਐਵੇਂ ਫੜਾ ਮਾਰੀ ਜਾਂਦਾ ਵਾ ਅਸੀਂ ਭਾਜੀ ਕੀ ਦੱਸ ਸਕਦੇ ਅਸੀਂ ਤਾਂ ਕੁਝ ਦੱਸ ਨਹੀਂ ਸਕਦੇ ਆ ਮਾੜਾ ਮੋਟਾ ਦੂਜੇ ਕਮਰੇ 'ਚ ਕੀ ਹੁੰਦਾ ਮੈਨੂੰ ਇਹ ਨਹੀਂ ਪਤਾ ਰਾਈਟ ਮੇਰੇ ਸਰੀਰ ਦੇ ਅੰਦਰ ਕੀ ਹੁੰਦਾ ਮੈਨੂੰ ਇਹ ਨਹੀਂ ਪਤਾ ਮੇਰੇ ਦਿਮਾਗ 'ਚ ਕੀ ਕੰਮ ਕਰਨ ਦਿਆ ਕੀ ਮਸ਼ੀਨ ਚੱਲਣ ਦੀ ਕਿੱਥੇ ਕੌਣ ਬੋਲਣ ਦਿਆ ਇਹ ਕੌਣ ਹੈ ਚਰਨਜੀਤ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਪਰਮਾਤਮਾ ਬਾਰੇ ਦੱਸਣਾ ਤੇ ਬੜੀ ਵੱਡੀ ਗੱਲ ਹੈ ਹਾਂਜੀ ਠੀਕ ਹੈ ਜੀ ਅਗਲੀ ਬੋਲੋ ਤੁਖ ਜੀ ਨਿਰਮਲ ਹਾਂ ਸੋ ਨਿਰਮਲ ਹਰ ਗੁਣ ਗਾਵੇ ਕਹਿੰਦੇ ਉਹ ਨਿਰਮਲ ਹੋਊਗਾ ਭਾਈ ਜਿਹੜਾ ਧਿਆਨ ਸਿਮਰਨ ਕਰ ਰਿਹਾ ਜਿਹੜਾ ਉਹ ਮਾਲਕ ਪਰਮਾਤਮਾ ਨਿਰਮਲ ਦੇ ਗੁਣ ਗਾ ਰਿਹਾ ਆ ਨਿਰਮਲ ਹਰ ਗੁਣ ਗਾਵੇ ਉਹਦੀ ਭਗਤੀ ਕਰ ਰਿਹਾ ਆ ਸੋ ਭਾਈ ਮੇਰੇ ਮਨੇ ਭਾਵ ਹੈ ਕਹਿੰਦੇ ਉਹ ਮੇਰਾ ਭਰਾ ਆ ਭਾਈ ਮੈਨੂੰ ਪਾਉਂਦਾ ਹੈ ਮੈਨੂੰ ਚੰਗਾ ਲੱਗਦਾ ਹੈ ਉਹ ਰਹਾਓ ਹਾਂਜੀ ਵੀਰ ਹਾਂਜੀ ਇੱਕ ਦੋ ਵਾਰੀ ਨਿਰਮਲ ਵਰਤਿਆ ਵੇਖੋ ਸੋ ਨਿਰਮਲ ਹਰ ਗੁਣ ਗਾਵੇ ਜਿਹੜਾ ਉਹ ਨਿਰਮਲ ਹੋ ਜਾਣਾ ਵਾ ਜਿੰਨੇ ਨਿਰਮਲ ਦੇ ਗੁਣ ਗਾਉਣੇ ਆ ਬਸ ਤੇ ਜਿੰਨੇ ਮੇਰੇ ਵਰਗੇ ਨੰਗ ਦੇ ਗੁਣ ਗਾਉਣੇ ਉਹਨੇ ਨੰਗ ਹੀ ਬਣ ਜਾਣਾ ਨਿਰਮਲ ਦਾ ਮਤਲਬ ਜਦੋਂ ਆਪਾਂ ਬੰਦਗੀ ਕਰਨੀ ਆ ਆਪਾਂ ਬੰਦਗੀ ਪਰਮਾਤਮਾ ਦੀ ਕਰਨੀ ਆ ਜਦ ਤੱਕ ਆਪਾਂ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ ਉਹਨਾਂ ਚਿਰ ਤੱਕ ਸਾਡਾ ਅਗਿਆਨ ਸਾਡਾ ਭਰਮ ਨਸ਼ਟ ਨਹੀਂ ਹੋਣਾ ਬਿਲਕੁਲ ਨਿਰਮਲ ਨਹੀਂ ਹੈਗੇ ਇਹ ਲੋਕ 25 ਸਾਲ ਦੀ ਉਹ ਮਾਤਾ ਵਾ ਉਹ ਕੱਲ ਦੀ ਉਹ ਕਰਨ ਦੀ 25 ਸਾਲ ਦੀ ਸੰਗਤ ਕਰਨ ਦੀ ਆ ਉਹ ਕਾਰਨ ਇਹਨਾਂ ਦੀ ਆ ਇਹ ਰਾਧਾ ਸਵਾਮੀ ਵਾਲਿਆਂ ਦੀ ਪਰ ਉਹਦੇ ਵਿੱਚ ਉਹਨੂੰ ਗਿਆਨ ਨਹੀਂ ਮਿਲਣਾ ਕਿਉਂਕਿ ਨਿਰਮਲ ਜਿਹੜਾ ਉਹ ਪਰਮਾਤਮਾ ਹੀ ਕਰ ਸਕਦਾ ਹੈ ਔਰ ਇੱਕ ਗੱਲ ਹੋਰ ਇਹ ਚੀਜ਼ ਨੂੰ ਧਿਆਨ ਦੇ ਨਾਲ ਵਿਚਾਰ ਕਰ ਲੈਣੀ ਜਿਹੜਾ ਬੰਦਾ ਆਪ ਨਹੀਂ ਜੁੜਿਆ ਜੇਕਰ ਦੂਜੇ ਦਾ ਮਾਰਗ ਦਰਸ਼ਨ ਕਰਦਾ ਉਹ ਵੀ ਉਹਦੇ ਰਾਹੀਂ ਨਹੀਂ ਜੁੜ ਸਕਦਾ ਜੀ ਵਿਜੇ ਸਾਹਿਬ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਖੁਸ਼ਬੂ ਹੀ ਨਹੀਂ ਹੈ ਫੁੱਲ ਦੇ ਵਿੱਚ ਤੇ ਕਿਵੇਂ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਉਹ ਅਟਰੈਕਟ ਹੋ ਸਕਦਾ ਜਿਹੜਾ ਬੰਦਾ ਆਪ ਖੂਹ ਚੋਂ ਨਿਕਲਿਆ ਉਹ ਤੁਹਾਨੂੰ ਕਿੱਥੋਂ ਕੱਢੂਗਾ ਦੱਸੋ ਇਸ ਤਰੀਕੇ ਨਾਲ ਤੁਸੀਂ ਖੁਦ ਗੱਲ ਜੋ ਉਹ ਚੰਗਾ ਜੋ ਤੁਸੀਂ ਨਿਕਲ ਜਾਓਗੇ ਪਰ ਜਿਹੜਾ ਬੰਦਾ ਤੁਹਾਨੂੰ ਸਲਾਹ ਦੇਈ ਜਾਵੇ ਬੈਠਾ ਉਹ ਆਪ ਮੇਰੇ ਵਰਗਾ ਤੇ ਖੂਹ ਦੇ ਵਿੱਚ ਬੈਠਾ ਤੁਹਾਨੂੰ ਕਿੱਥੋਂ ਬਾਹਰ ਕੱਢ ਦੂਗਾ ਇਸ ਲਈ ਬਾਣੀ ਕਹਿੰਦੀ ਗਿਆਨ ਆਪਣਾ ਲੈ ਕੇ ਆ ਵਿਚਾਰ ਆਪਣਾ ਲੈ ਕੇ ਆ ਐਵੇਂ ਨਾ ਕਿ ਲੋੜ ਤੋਂ ਜ਼ਿਆਦਾ ਵਿਸ਼ਵਾਸ ਕਰ ਲਈ ਕੱਲ ਨੂੰ ਤੈਨੂੰ ਮੁਸ਼ਕਿਲ ਹੋ ਜਾਣੀ ਹੈ ਤੇ ਵੀ ਤੇਰੇ ਜੀਵਨ ਚ ਉਚਾਈ ਨਹੀਂ ਆਉਣੀ ਜਿੱਥੇ 100 ਸਾਲ ਪਹਿਲਾਂ ਬੈਠਾ ਸਾ ਉਸ ਤੋਂ 100-200 ਕਦਮ ਪਿੱਛੇ ਚੱਲ ਜਾਏਗਾ ਅੱਗੇ ਨਹੀਂ ਹੋਣਾ ਕਿਉਂਕਿ ਜਿਹੜਾ ਬੰਦਾ ਆਪ ਡੁੱਬਿਆ ਤੈਨੂੰ ਕਿੱਥੋਂ ਕੱਢ ਦੂਗਾ ਕੱਢਣ ਵਾਲੇ ਬੰਦੇ ਦੀ ਪਹਿਲੀ ਗੱਲ ਤੇ ਤੇਰੀ ਮਦਦ ਕਰਨ ਲਈ ਬੰਦਾ ਇਸ ਤਰ੍ਹਾਂ ਖੂਹ ਤੋਂ ਬਾਹਰ ਚਾਹੀਦਾ ਬਿਲਕੁਲ ਬਿਲਕੁਲ ਸਹੀ ਹੈ ਦੇਖੋ ਅਗਲੀ ਲਾਈਨ ਦੇ ਵਿੱਚ ਕਬੀਰ ਜੀ ਇਹੀ ਗੱਲ ਕਹਿ ਰਹੇ ਆ ਭਾਈ ਕਹਿੰਦੇ ਜਿਹ ਕਟ ਰਾਮ ਰਿਹਾ ਭਰਪੂਰ ਕਹਿੰਦੇ ਜਿਹਦੇ ਅੰਦਰ ਰਾਮ ਪ੍ਰਗਟ ਹੋ ਗਿਆ ਉਹ ਭਰਪੂਰ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ ਜਿਸ ਦੇ ਅੰਦਰ ਤਿਨਕੀ ਪਗ ਪੰਕਜ ਹਮ ਧੂਰ ਕਹਿੰਦੇ ਉਹਨਾਂ ਦੇ ਤਾਂ ਪੈਰਾਂ ਦੀ ਜਿਹੜੀ ਹੈ ਮੈਂ ਉਹਨਾਂ ਦੇ ਪੈਰਾਂ ਦੀ ਧੂੜ ਹੈਗਾ ਹੈ ਉਹਨਾਂ ਦੇ ਚਰਨ ਕਮਲਾਂ ਦੀ ਮੈਂ ਧੂੜ ਹੈਗਾ ਹੈ ਆਹ ਦੇਖ ਲਓ ਭਾਈ ਆ ਬਾਹਰ ਜਿਹੜੇ ਖੂਹ ਤੋਂ ਬਾਹਰ ਰਾਮ ਪ੍ਰਗਟ ਹੋ ਜਾਣਾ ਕਿਤੇ ਮਜ਼ਾਕ ਹੈ ਬੜੀ ਵੱਡੀ ਗੱਲ ਰਾਮ ਜਦੋਂ ਵੀ ਪ੍ਰਗਟ ਹੋ ਗਿਆ ਰਾਮ ਨਿਰਮਲ ਬਹੁਤ ਆ ਨਾ ਰਾਮ ਨੂੰ ਉਹ ਜਿਹੜਾ ਪਰਮਾਤਮਾ ਨਾ ਉਹ ਹੈਗਾ ਵਾ ਪਾਰਸ ਆਹ ਵਿੱਚ ਤੇ ਲਿਖਿਆ ਨਾ ਦੇਖੋ ਦੋ ਵਾਰੀ ਨਿਰਮਲ ਹਰ ਗੁਣ ਗਾਵੇ ਉਹ ਨਹੀਂ ਕਹਿੰਦੇ ਕਿ ਨਿਰਮਲ ਦੇ ਗੁਣ ਗਾਏਗਾ ਤੇ ਤੂੰ ਤਾਂ ਨਿਰਮਲ ਹੋਵੇਂਗਾ ਉਹ ਕਹਿੰਦੇ ਸੋ ਨਿਰਮਲ ਉਹ ਨਿਰਮਲ ਹੋ ਜਾਣਾ ਵਾ ਜਿਹਨੇ ਨਿਰਮਲ ਦੇ ਗੁਣ ਗਾਉਣੇ ਆ ਇਹ ਤੇ ਪਾਰਸ ਨਿਰਮਲ ਹੋ ਜਾਣਾ ਬਿਲਕੁਲ ਪਾਰਸ ਜਿਹੜਾ ਹੈਗਾ ਉਹ ਮਤਲਬ ਪਾਰਸ ਹੀ ਬਣਾ ਦਿੰਦਾ ਹੈ ਭਾਈ ਇੱਥੇ ਲੋਹੇ ਨੂੰ ਜਿਹੜਾ ਹੈਗਾ ਛੂਗਾ ਪਾਰਸ ਤੇ ਉਹਨੂੰ ਲੋਹੇ ਨੂੰ ਜਿਹੜਾ ਹੈਗਾ ਸੋਨਾ ਬਣਾ ਦੂਗਾ ਕਬੀਰ ਜੀ ਕਹਿੰਦੇ ਨਹੀਂ ਭਾਈ ਨਹੀਂ ਇਹ ਪਰਮੇਸ਼ਰ ਦਾ ਨਾਮ ਐਸਾ ਹੈਗਾ ਇਹ ਬ੍ਰਹਮ ਗਿਆਨੀ ਜਿਹੜੇ ਹੈਗੇ ਉਹਨਾਂ ਦਾ ਵਰਗਾ ਪਰਮੇਸ਼ਰ ਵਰਗੇ ਹੀ ਬਣ ਜਾਂਦੇ ਆ ਉਹ ਜਿਹੜਾ ਵੀ ਭਗਤੀ ਕਰਦਾ ਹੈ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ ਭਾਈ
ਹਾਂਜੀ ਉਹ ਬੜੇ ਨਿਰਮਲ ਹੋਏ ਨੇ ਨਿੱਜਰ ਸਾਹਿਬ। ਉਹ ਪ੍ਰਮਾਤਮਾ ਨਿਰਮਲ ਹੈ, ਤੁਸੀਂ ਵੀ ਨਿਰਮਲ ਹੋ ਜਾਓਗੇ। ਆਪ ਜਸਟ ਸੋਚੋ, ਕਾਮ ਤੋਂ ਬਿਨਾਂ, ਕ੍ਰੋਧ ਤੋਂ ਬਿਨਾਂ, ਲੋਭ ਤੋਂ ਬਿਨਾਂ, ਮੋਹ ਤੋਂ ਬਿਨਾਂ, ਹੰਕਾਰ ਤੋਂ ਬਿਨਾਂ, ਰਾਗ ਤੋਂ ਬਿਨਾਂ, ਦਵੈਸ਼ ਤੋਂ ਬਿਨਾਂ, ਇਹ ਪੰਜਾਂ ਤੱਤਾਂ ਤੋਂ ਬਿਨਾਂ ਉਹ ਮੁਕਤੀ ਵਾਲਾ ਜੀਵਨ ਕਿਹੋ ਜਿਹਾ ਹੋਊਗਾ। ਤੁਸੀਂ ਜਸਟ ਸੋਚੋ। ਮੈਂ ਇਹ ਕਹਿ ਸਕਦਾ ਉਸ ਅਵਸਥਾ 'ਚ ਤੁਸੀਂ ਨਹੀਂ ਹੈਗੇ, ਜੋ ਤੁਹਾਡਾ ਘਰ ਪਰਿਵਾਰ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ ਉੱਥੇ। ਤੁਹਾਨੂੰ ਅੱਗੇ ਦਾ ਨਹੀਂ ਪਤਾ, ਤੁਹਾਨੂੰ ਪਿੱਛੇ ਦਾ ਨਹੀਂ ਪਤਾ। ਇਹ ਨਹੀਂ ਕਿ ਤੁਸੀਂ ਸੰਸਾਰ ਦਾ ਕੰਮ ਨਹੀਂ ਕਰਨਾ, ਰੋਟੀ ਪਾਣੀ ਬਣਾਓਗੇ, ਨੌਕਰੀ ਕਰੋਗੇ, ਜੌਬ ਕਰੋਗੇ, ਧੀਆਂ ਪੁੱਤਾਂ ਨੂੰ ਸਾਂਭੋਗੇ, ਉਹਨਾਂ ਨੂੰ ਪੜ੍ਹਾਓਗੇ, ਲਿਖਾਓਗੇ, ਪਰ ਤੁਹਾਡੇ ਅੰਦਰ ਗਤੀ ਨਹੀਂ ਹੈਗੀ। ਸਭ ਕੁਝ ਬੰਦ ਹੋ ਜਾਣਾ। ਮੁਕਤੀ ਦਾ ਮਤਲਬ ਕਿ ਗੇਅਰ ਹੀ ਕੱਢਦਾ ਗੱਡੀ ਦਾ, ਇੰਜਨ ਬੰਦ ਕਰਕੇ ਸਾਈਡ ਤੇ ਰੱਖਦੀ। ਹੁਣ ਬਾਕੀ ਸੰਸਾਰ ਦੇ ਲਈ ਕੰਮ ਤੇ ਕਰਨੇ ਕਰਨੇ। ਗੁਰੂਆਂ ਨੇ ਆਪਣਾ ਘਰ-ਬਾਰ ਥੋੜੀ ਛੱਡਿਆ, ਅਗਲੇ ਨੇ ਕਿ ਘਰ ਦੀ ਛੱਡ ਕੇ ਰਾਤ ਜੰਗਾਂ 'ਚ ਭੱਜ ਗਏ। ਕਬੀਰ ਜੀ ਤਾਕਤ ਆਪਣਾ ਉਹ ਸੂਤ ਕੱਟਦੇ ਰਹੇ, ਰਵਿਦਾਸ ਜੀ ਆਖਰੀ ਤੱਕ ਜੁੱਤੀਆਂ ਗੰਢਦੇ ਰਹੇ। ਉਹ ਵੀ ਇੱਕ ਜ਼ਰੂਰੀ ਹੈ। ਸਮਾਜ ਦੇ ਵਿੱਚ ਰਹਿਣਾ, ਆਪਣਾ ਸੰਸਾਰਿਕ ਢਿੱਡ ਨੂੰ ਪਾਲਣਾ, ਉਹ ਵੀ ਇੱਕ ਕਰਮ ਆ। ਉਹਨੂੰ ਕਹਿੰਦੇ ਨਿਸ਼ਕਾਮ ਕਰਮ, ਉਹਨੂੰ ਫਲ ਨਹੀਂ ਲੱਗਣਾ। ਬਿਲਕੁਲ। ਪਰ ਜਿਹੜਾ ਆਪਾਂ ਕਰਮ ਕਰਦੇ ਉਹਨੂੰ ਫਲ ਪੱਕੇ ਲੱਗਣੇ। ਹਾਂਜੀ ਨਿਜਰ ਸਾਹਿਬ। ਆਖਰੀ ਜਿਹੜੀ ਹੈਗੀ ਆ, ਆਖਰੀ ਆ ਗਈ ਲਾਈਨ, ਆਖਰੀ ਬੰਦ। ਜਾਤ ਜੁਲਾਹਾ ਮਤ ਕਾ ਤੀਰ। ਕਬੀਰ ਜੀ ਕਹਿੰਦੇ ਆ, ਕਹਿੰਦੇ ਮੇਰੀ ਜਾਤ ਜੁਲਾਹਾ ਹੈਗੀ ਆ, ਮੈਂ ਕੱਪੜੇ ਬੁਣਦਾ ਹਾਂ ਜੁਲਾਹੇ ਦੀ, ਮੇਰੀ ਜਾਤ ਹੈਗੀ ਆ, ਮੇਰਾ ਕੰਮ ਹੈਗਾ ਜੁਲਾਹੇ ਦਾ, ਪਰ ਮੇਰੀ ਮੱਤ ਜਿਹੜੀ ਹੈਗੀ ਉਹ ਜੁਲਾਹੇ ਨੂੰ ਜੇ ਸਮਝਦੇ ਕਿ ਜੁਲਾਹਾ ਜਿਹਾ ਹੈਗਾ, ਜੁਲਾਹੇ ਨੂੰ ਜਿਹੜਾ ਚੰਗੀ ਕੁੱਲ ਵਾਲਾ ਨਹੀਂ ਸਮਝਦੇ, ਜਿਹੜੇ ਉੱਚੀ ਕੁੱਲ ਵਾਲਾ ਨਹੀਂ ਸਮਝਦੇ ਜੁਲਾਹੇ ਨੂੰ। ਕਬੀਰ ਜੀ ਕਹਿੰਦੇ ਮੇਰੀ ਜਾਤ ਜੁਲਾਹਾ ਹੈਗੀ, ਪਰ ਮੇਰੀ ਮੱਤ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਧੀਰ ਆ। ਮੇਰੀ ਮੱਤ ਦਾ ਧੀਰ ਆ ਮੈਂ। ਕਹਿੰਦੇ ਜਾਤ ਹੀ ਜੁਲਾਹਾ ਹੈਗੀ, ਮੱਤ ਮੇਰੀ ਜਿਹੜੀ ਹੈਗੀ ਆ ਵਿਵੇਕ ਮੱਤ ਹੈਗੀ, ਮੱਤ ਮੇਰੀ ਗੁਰੂ ਵਾਲੀ ਮੱਤ ਹੈ, ਗੁਰਮਤ ਹੈਗੀ ਮੇਰੀ ਮੱਤ। ਜਾਤ ਜੁਲਾਹਾ ਮੱਤ ਕਾ ਤੀਰ। ਮੇਰੀ ਗੱਲ ਸਮਝ ਲੈ ਜੋ ਮੈਂ ਕਹਿ ਰਿਹਾ ਇਹ ਗੱਲਾਂ, ਇਹ ਗਿਆਨ ਜਿਹੜਾ ਹੈਗਾ। ਸਹਿਜ ਸਹਿਜ ਗੁਣ ਰਮੈ ਕਬੀਰ। ਕਹਿੰਦੇ ਸਹਿਜ ਸਹਿਜ ਦੇ ਵਿੱਚ ਉਹ ਮਾਲਕ ਪਰਮਾਤਮਾ ਦੇ ਗੁਣਾਂ ਦੇ ਦੁਆਰਾ ਮੈਂ ਮਾਲਕ ਪਰਮਾਤਮਾ ਦੇ ਵਿੱਚ ਰਮ ਗਿਆ ਹਾਂ। ਹਾਂਜੀ ਵੀਰ। ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੇ ਕਬੀਰ। ਆ ਤੇ ਵੇਖ ਲਓ ਹੁਣ। ਉਹ ਕਹਿੰਦੇ ਕਿ ਜਾਤ ਮੇਰੀ ਜੁਲਾਹਾ ਵਾ। ਜੁਲਾਹਾ ਸਮਝਦੇ ਕਿ ਉਹਨਾਂ ਨੇ ਜਾਤ ਆਪਣੀ ਪਾਇਆ ਨਹੀਂ। ਤੇ ਸਾਡੇ ਵਰਗੇ ਰੁਪਈਆ 500 ਬੁੱਚ ਹੋਊਗਾ, ਮੈਂ ਕਹਿਣਾ 50,000 ਬੁੱਚ। ਉਹ ਕਹਿੰਦੇ ਕਿ ਜਾਤ ਮੇਰੀ ਜੁਲਾਹਾ ਹੈ, ਪਰ ਕਹਿੰਦੇ ਮੱਤ ਦਾ ਮੈਂ ਧੀਰ ਜਵਾਨ। ਜੁਲਾਹਾ ਪਰ ਮੇਰੇ ਅੰਦਰ ਦੀ ਅਵਸਥਾ ਵੇਖ। ਬਿਲਕੁਲ ਅੰਦਰ ਮੈਂ ਬੜਾ ਸ਼ਾਂਤ ਬੈਠਾ ਹਾਂ। ਧੀਰ ਜਵਾਨ ਆ, ਧੀਰ ਜਵਾਨ, ਧੀਰਜ ਨਾਲ ਸਬਰ ਕਰਨ ਵਾਲਾ, ਸੰਤੋਖ ਉਹਦੇ ਅੰਦਰ ਜੀਵਨ ਚ ਹੈਗਾ। ਫਿਰ ਕਹਿੰਦੇ ਸਹਿਜ ਸਹਿਜ, ਦੋਹਰੀ ਸਹਿਜ ਬੋਲਿਆ, ਫਿਰ ਗੁਣ ਰਮੇ ਕਬੀਰ। ਸਹਿਜ ਅਵਸਥਾ ਵੀ ਆਈ ਹੋਈ ਹੈ। ਹਾਂ ਅੰਦਰੋਂ ਧੀਰਜ ਨਾਲ ਮੇਰੇ ਅੰਦਰ ਸਹਿਜ ਸਹਿਜ, ਕਹਿੰਦੇ ਪੂਰੀ ਸਮਾਧੀ ਲੱਗੀ ਹੈ, ਸਹਿਜ ਸਮਾਧੀ ਹੈ। ਸਾਧੂ ਸਹਿਜ ਸਮਾਧੀ ਬਲੀ ਬਾਣੀ ਲਿਖਿਆ। ਪਰਮੇਸ਼ਰ ਦੇ ਗੁਣ ਵੀ ਆਏ ਹੋਏ ਆ, ਦੇਖ ਲਓ। ਸਹਿਜ ਸਹਿਜ ਗੁਣ ਰਮੇ ਕਬੀਰ, ਮਾਲਕ ਦੇ ਵਿੱਚ ਰਮਿਆ ਹੋਇਆ। ਹਾਂ ਧੀਰਜ ਵੀ ਆਇਆ ਤੇ ਹੋਰ ਦੇ ਸਹਿਜ ਵਰਗੇ ਗੁਣ ਸਾਰੇ ਰਮੇ ਆ। ਸਾਰੇ ਗੁਣ ਜਿਹੜੇ ਉਹ ਮੇਰੇ ਅੰਦਰ ਰਮੇ ਆ। ਰਮੇ ਦਾ ਮਤਲਬ ਹੁੰਦਾ ਹੈ ਕਿ ਉਹਦੇ ਵਿੱਚ ਮੈਂ ਸਿਮਰਦਾ ਹਾਂ। ਮੇਰੇ ਅੰਤਰਾਕਰਨ ਚ ਉਹਦੀ ਅਵਸਥਾ ਬਣੀ ਹੋਈ ਹੈ। ਨਿਜਰ ਸਾਹਿਬ ਰਾਮ ਬਹੁਤ ਵਧੀਆ। ਨਿਜਰ ਸਾਹਿਬ ਅੱਜ ਦੀ ਵਿਚਾਰ ਇੱਥੇ ਨਾ। ਹਾਂਜੀ ਬਿਲਕੁਲ, ਦੇਖ ਲਓ ਬਿਲਕੁਲ ਠੀਕ ਹੈ ਜੀ। ਹਾਂ ਬਸ ਸਾਧ ਸੰਗਤ ਜੀ ਇੱਥੇ ਥੋੜਾ ਜਿਹਾ ਸਾਨੂੰ ਵਿਚਾਰ ਕਰਨ ਦੀ ਲੋੜ ਆ। ਇਹ ਬਾਣੀ ਆਪਾਂ ਨੂੰ ਕੁਝ ਸਮਝਾਉਂਦੀ ਆ ਤੇ ਉਹ ਇਹ ਚਾਹੁੰਦੀ ਆ ਕਿ ਤੇਰਾ ਜਿਹੜਾ ਦੀਪਕ ਆ ਤੈਨੂੰ ਆਪ ਬਣਾਉਣਾ। ਤੂੰ ਐਵੇਂ ਪਰਾਈ ਤੇ ਇੱਕ ਕਹਾਵਤ ਹੈਗੀ ਆਪਣੇ, ਇਹਦੇ ਧਰਿਕ ਤਿੰਨਾਂ ਦਾ ਜੀਵਨਾ ਜਿੰਨਾ ਰੱਖੀ ਪਰਾਈ ਆਸ। ਉਹ ਕਹਿੰਦੇ ਧਰਿਕ ਉਹਨਾਂ ਦਾ ਜੀਵਨ। ਬਾਣੀ ਤੇ ਇਹ ਕਹਿੰਦੀ ਆ, ਉਹ ਕਹਿੰਦੀ ਜੇ ਤੇ ਤੂੰ ਲੂਲਾ ਲੰਗੜਾ ਹੈ, ਤੇਰੀਆਂ ਲੱਤਾਂ ਨਹੀਂ ਚੱਲਦੀਆਂ, ਤੇਰੀਆਂ ਬਾਹਾਂ ਨਹੀਂ ਚੱਲਦੀਆਂ, ਤੇ ਫਿਰ ਤੇ ਮੰਨਣਾ ਮੈਂ ਤੈਨੂੰ ਹਾਂ ਤੂੰ ਮਜਬੂਰ ਆ, ਤੇਰੇ ਵਾਦੀ ਗੱਲ ਨਹੀਂ, ਤੂੰ ਰੋਟੀ ਪਾਣੀ ਨਹੀਂ ਬਣਾ ਸਕਦਾ। ਪਰ ਕਹਿੰਦਾ ਕਿ ਬਾਣੀ ਤੇ ਕਹਿੰਦੀ ਕਿ ਜੇ ਤੇਰੇ ਕੋਲ ਬੁੱਧੀ ਹੈਗੀ ਹੈ, ਚਿੱਤ ਹੈਗਾ, ਤੇਰੇ ਕੋਲ ਅਕਲ ਹੈਗੀ ਹੈ, ਗਿਆਨ ਵੀ ਹੈਗਾ, ਤੇ ਫਿਰ ਲੂਲਿਆਂ ਲੰਗੜਿਆਂ ਵਾਲੇ ਕੰਮ ਨਾ ਕਰ। ਥੋੜਾ ਜਿਹਾ ਵਿਵੇਕ ਤੋਂ ਕੰਮ ਕਰ। ਜੇ ਤੂੰ ਸੰਸਾਰ ਤੇ ਤੈਨੂੰ ਮਨੁੱਖਾ ਸਰੀਰ ਮਿਲਿਆ ਹੈ, ਔਰ ਇਹਦੇ ਬਾਵਜੂਦ ਵੀ ਵੇਖੋ ਤੇ ਕਿੰਨੀ ਸਖਤਾਈ ਦੇ ਨਾਲ ਤਾੜਨਾ ਕਰ ਰਹੀ ਹੈ ਬਾਣੀ ਸਾਨੂੰ। ਆਪ ਉੱਪਰ ਲਿਖਿਆ ਕਹਿੰਦੇ ਆ ਕਿ ਪਹਿਲੇ ਕਹਿੰਦੇ ਜੇ ਕੁਲ ਪੂਤ ਨਾ ਗਿਆਨ ਵਿਚਾਰ। ਜੇ ਤੇ ਤੂੰ ਮਤਲਬ ਤੇਰੇ ਜੀਵਨ ਚ ਗਿਆਨ ਨਹੀਂ ਹੈਗਾ
ਕੋਈ ਤੇਰੇ ਕੋਲ ਵਿਚਾਰ ਹੀ ਨਹੀਂ ਕਰ ਰਿਹਾ। ਵਿਚਾਰ ਦਾ ਮਤਲਬ ਕਿ ਕਮ ਸੇ ਕਮ ਤੂੰ ਇੰਨਾ ਤੇ ਸੋਚ ਉਹ ਕੰਮ ਕਰਨ ਤੋਂ ਪਹਿਲਾਂ ਕਿ ਇਹ ਜਿਹੜਾ ਮੈਂ ਕਰਮ ਕਰਦਾ ਵਾਂ ਇਹਨੂੰ ਮੈਂ ਮੁੜ ਕੇ ਬਦਲ ਨਹੀਂ ਹੋ ਸਕਦਾ। ਇਹ ਵਿਚਾਰ ਤੂੰ ਕਰ ਸਕਦਾ ਹੈ। ਤੂੰ ਚਪੇੜ ਮਾਰ ਸਕਦਾ ਹੈ ਕਿਸੇ ਮੂੰਹ ਤੇ, ਤੂੰ ਚੋਰੀ ਕਰ ਸਕਦਾ ਹੈ, ਪਰਾਇਆ ਧਨ ਖੋਹ ਸਕਦਾ ਹੈ, ਪਰ ਸੱਜਣਾ ਜਦੋਂ ਤੂੰ ਖੋਹ ਲਿਆ ਤੇ ਰੁੱਖ ਦੇ ਵਿੱਚ ਗੱਡੇ ਕਿੱਲ ਵਾਂਗੂ ਭਾਵੇਂ ਤੂੰ ਕਿੱਲ ਪੁੱਟ ਲਈ, ਉਹ ਜ਼ਖਮ ਨਹੀਂ ਉਹ ਰੋਟੀ ਕੋਣਾ ਮੁੜ ਕੇ ਰੋਕਦਾ, ਕਿਉਂਕਿ ਤੇਰਾ ਕਰਮ ਹੈ ਅਮੇਟੀ। ਤੇਰੇ ਕੋਲ ਗਿਆਨ ਹੀ ਨਹੀਂ ਹੈਗਾ, ਤੂੰ ਸੋਚਦਾ ਹੀ ਨਹੀਂ। ਤੂੰ ਇੱਥੇ ਹੀ ਅੱਜ ਸੋਚ ਕੇ ਅੱਜ ਬੜੀਆਂ ਸਵਾਦ ਨਾਲ ਬਰਫੀਆਂ ਖਾਈ ਜਾਂਦੇ ਆ, ਮਠਿਆਈਆਂ ਖਾਈ ਜਾਂਦਾ ਵਾ, ਸੁੱਖ ਲਈ ਜਾਂਦਾ ਵਾ। ਤੂੰ ਵਿਚਾਰ ਨਹੀਂ ਕਰਦਾ ਕਿ ਜਿਹੜੀ ਮੈਂ ਚੀਜ਼ ਕਰ ਰਿਹਾ ਵਾ ਇਹਦਾ ਪ੍ਰਮਾਣ, ਇਹਦਾ ਰਿਜ਼ਲਟ ਕੀ ਨਿਕਲਣਾ। ਵਿਚਾਰ ਦਾ ਤਾਂ ਮਤਲਬ ਇਹ ਹੋਇਆ ਨੇਜਰ ਸਾਹਿਬ, ਵਿਚਾਰ ਵਿਵੇਕ ਦਾ, ਵਿਚਾਰ ਦਾ ਤਾਂ ਮਤਲਬ ਇਹ ਕਿ ਬੁੱਧੀ। ਬਿਲਕੁਲ ਬੁੱਧੀ ਤੇ ਦੱਸਦੀ ਹੈ ਕਿ ਚਰਨਜੀਤ 10 ਸਾਲਾਂ ਤੱਕ ਜੇ ਤੂੰ ਇਹਦੇ ਠੱਗੀਆਂ ਮਾਰਦਾ ਰਿਹਾ ਤੇ ਕਾਫੀ ਜ਼ਿਆਦਾ ਗੰਦ ਇਕੱਠਾ ਕਰ ਲੈਣਾ ਤੂੰ। ਬਿਲਕੁਲ ਵਿਚਾਰ ਤੇ ਤੈਨੂੰ ਦੱਸਦਾ, ਵਿਚਾਰ ਤੇ ਕਹਿੰਦਾ ਹੱਥ ਨਾ ਪਾਵੀਂ, ਤੇਰੀ ਚੀਜ਼ ਹੈਗੀ, ਚੁੱਕ ਨਾ ਲਈ। ਬਾਣੀ ਕਹਿੰਦੀ ਹੱਥ ਨਾ ਲਾਏ ਕੁਸੁੰਬੜੇ, ਹੱਥ ਨਾ ਲਾਏ ਕੁਸੁੰਬੜੇ ਜਲ ਜਾਸੀ ਢੋਲਾ। ਕਹਿੰਦੇ ਕੁਸੁੰਬੇ ਦਾ ਫੁੱਲ ਹੁੰਦਾ ਨਾ ਜਿਹੜਾ, ਉਹਦੇ ਕੰਡੇ ਹੁੰਦੇ ਆ, ਪੋਲੀ ਦਾ ਫੁੱਲ ਕਹਿੰਦੇ। ਜਿਹੜਾ ਤੁਸੀਂ ਦੇਖੋ ਮਾੜਾ ਜਿਹਾ ਵੀ ਉਹਨੂੰ ਪੁੱਟਣ ਦੀ ਕੋਸ਼ਿਸ਼ ਕਰੋ, ਉਸੇ ਵੇਲੇ ਉਹ ਕੰਡੇ ਚ ਚੁੱਭ ਜਾਂਦੇ ਆ, ਉਹ ਪੀਲੇ ਪੀਲੇ ਫੁੱਲ ਲੱਗਦੇ ਆ ਉਹਨੂੰ। ਕਹਿੰਦੇ ਉਹਨੂੰ ਨਾ ਹੱਥ ਲਾਈ, ਕਿਤੇ ਮਾਇਆ ਇਸ ਤਰ੍ਹਾਂ ਦੀ ਹੈਗੀ ਭਾਈ। ਹੈਲੋ ਤੇ ਠੀਕ ਹੈ ਸਾਧ ਸੰਗਤ ਜੀ। ਹੁਣ ਅਗਲੇ ਬੰਨੇ ਉਹਨਾਂ ਨੇ ਫਿਰ ਤੁਕ, ਮੈਂ ਦੁਬਾਰਾ ਬੋਲਣਾ, ਸੰਗਤ ਕੁਝ ਹੁਣ ਆਈ ਆ। ਕਹਿੰਦੇ ਵਿਧਵਾ ਕਸ ਨਾ ਭਈ ਮਹਤਾਰੀ। ਕਹਿੰਦੇ ਕਿ ਜੇ ਉਹ ਔਰਤ ਉਹਦਾ ਗਰਭਪਾਤ ਹੋ ਜਾਵੇ, ਜਿਹਨੇ ਐਸਾ ਬੰਦਾ ਪੈਦਾ ਕਰਨਾ ਜਿਹੜਾ ਰੱਬ ਦਾ ਨਾਂ ਹੀ ਨਹੀਂ ਲੈਂਦਾ, ਜੀਵਨ ਦਾ ਮਕਸਦ ਹੀ ਪਤਾ ਨੂੰ, ਉਹ ਕਹਿੰਦੇ ਇਹਨੂੰ ਜੰਮਣ ਦਾ ਫਾਇਦਾ ਕੀ ਆ। ਬਾਣੀ ਚ ਵੀ ਉਹਦਾ ਵੀ ਲਿਖਿਆ, ਤੁਸੀਂ ਸੱਚੀ ਬਾਣੀ ਕਹਿੰਦੇ ਆ, ਜੰਮਣਾ ਤੇ ਸੂਰਮਾ ਜੰਮ ਜਾਂ ਗਿਆਨੀ ਜੰਮ, ਨਹੀਂ ਤੇ ਕਾਹੇ ਤੇ ਨੂਰ ਗਵਾਉਣੀ ਹੈ। ਹਾਂ ਉਹ ਹੈਗਾ ਉਹਨਾਂ ਦਾ ਨਾ, ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ। ਜਾਂ ਤਾਂ ਭਗਤ ਹੋਏ ਜਾਂ ਦਾਤਾ ਹੋਏ, ਦਾਨ ਕਰਨ ਵਾਲਾ ਹੋਏ ਜਾਂ ਸੂਰਮਾ ਹੋਏ। ਨਾ ਹੀ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕਹਿੰਦੇ ਨਹੀਂ ਤਾਂ ਫਿਰ ਬਾਂਝ ਹੀ ਰਹੇ, ਨਾ ਹੀ ਪੈਦਾ ਕਰੇ, ਕਾਹਦੇ ਲਈ ਆਪਣਾ ਨੂਰ ਗਵਾ ਰਹੀ ਹੈ। ਹਾਂ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇੱਥੇ ਹੁਣ ਅਗਲੇ ਬੰਨੇ ਕਹਿੰਦੇ ਆ ਜੀ ਕਿ ਫਿਰ ਅਗਲੇ ਬੰਨੇ ਬੜਾ ਉਹਨਾਂ ਨੇ ਸਮਝਾਇਆ ਵਾ ਖੁੱਲ ਕੇ ਸਾਨੂੰ, ਕਿ ਜੇਕਰ ਜੀਵਨ ਮਿਲਿਆ ਔਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਸਾਨੂੰ ਮਨੁੱਖਾ ਜੀਵਨ ਕਿਉਂ ਮਿਲਿਆ, ਇਸ ਸੰਸਾਰ ਤੇ ਅਸੀਂ ਕੀ ਲੈਣਾ ਹੈ। ਬੰਦਿਆ ਤੇਰਾ ਕੰਮ ਕੀ ਹੈ? ਖਾਣਾ ਪੀਣਾ ਸੌਣਾ, ਨਾਲ ਤੇ ਕੁਛ ਲੈ ਕੇ ਨਹੀਂ ਆਇਆ। ਇਹ ਤੇ ਸਾਰਾ ਤੇਰੇ ਤੋਂ ਆਉਣ ਤੋਂ ਪਹਿਲਾਂ ਹੀ ਪਿਆ ਸੀ। ਜਿੰਨਾ ਤੂੰ ਇਕੱਠਾ ਕਰੀ ਜਾਂਦੇ ਆ, ਮੁੜ ਕੇ ਜਿੰਨਾ ਤੇਰਾ ਮੋਹ ਪਈ ਜਾਂਦਾ ਵਾ, ਉਹਨਾਂ ਤੈਨੂੰ ਵਿੱਚ ਕੱਢਣਾ ਔਖਾ। ਮੋਹ ਤੇ ਇੱਕ ਹੈ ਨਹੀਂ ਹੈ ਕਿ ਮੈਂ 2-3 ਮਿੰਟ ਇੱਥੇ ਜਾਵਾਂ ਬਾਜ਼ਾਰੋਂ ਇੰਜੈਕਸ਼ਨ ਲਾਣਾ ਤੇ ਮੈਨੂੰ ਬੇਹੋਸ਼ੀ ਕਰ ਦੋ ਤੇ ਮੇਰਾ ਮੋਹ ਟੁੱਟ ਜੂਗਾ। ਇਹ ਮੋਹ ਜਿੰਨਾ ਹੀ ਜ਼ਿਆਦਾ ਸਖਤ ਆ, ਜਿੰਨਾ ਹੀ ਜ਼ਿਆਦਾ ਇਹਦਾ ਰਸਤੇ ਨੂੰ ਵਲ ਮਾਰੇ ਨੇ ਨਜ਼ਰ ਸਾਹਿਬ, ਓਨਾ ਹੀ ਇਹਨੂੰ ਛੱਡਣਾ ਔਖਾ ਔਰ ਅੱਗੇ ਜਾਊਗਾ। ਗੋਰਖੀ ਸਾਹਿਬ ਇਹ ਤਾਂ ਅੱਗੇ ਕਾਰਨ ਸ਼ੀਰ ਦੇ ਵਿੱਚ ਚਲੇ ਜਾਣਾ ਇਹਨੇ, ਇਹ ਤਾਂ ਅੱਗੇ ਤੱਕ ਜਾਊਗਾ, ਦੂਰ ਤੱਕ ਜਾਏਗੀ ਬਾਤ। ਹਾਂ ਨਜ਼ਰ ਸਾਹਿਬ ਇਹ ਬੜੀ ਦੂਰ ਤੱਕ ਜਾਂਦੀ ਆ। ਔਰ ਇਹ ਬੰਦਾ ਜੇ ਸੋਚੇ ਨਾ, ਇਹਨੂੰ ਬੰਦਗੀ ਹੀ ਨਜ਼ਰ ਸਾਹਿਬ ਤੋੜ ਸਕਦੀ ਆ। ਬਿਲਕੁਲ ਬੰਦਗੀ ਤੋੜ ਸਕਦੀ ਆ, ਬਿਲਕੁਲ ਸਹੀ ਹੈ। ਉਦਾਂ ਤੇ ਬਹੁਤ ਔਖਾ ਛੱਡਣਾ। ਔਰ ਇਸ ਲਈ ਸਾਧ ਸੰਗਤ ਜੀ, ਇਹਦੇ ਲਈ ਇੱਕ ਸਿੰਪਲ ਜੀ ਗੱਲ ਆ, ਜਿੱਦਾਂ ਕੋਈ ਬੰਦਾ ਜੇਲ੍ਹ ਚ ਕੈਦ ਹੋਵੇ, ਜੇ ਤੂੰ ਸੋਚਦਾ ਹੈ ਕਿ ਮੈਂ ਤੋਂ ਮੁਕਤ ਹੋਣਾ ਵਾ ਤੇ ਉਹ ਮੁਕਤ ਹੋ ਨਹੀਂ ਸਕਦਾ, ਪਰ ਜਿਹਨੂੰ ਪਤਾ ਹੀ ਨਹੀਂ ਇਹ ਕੈਦ ਹੈਗੀ ਹੈ, ਜੇਲ੍ਹ ਹੈ ਜਾਂ ਕੀ ਹੈ, ਤੇ ਮੋਹ ਦੇ ਵਿੱਚ ਬਾਣੀ ਚ ਵੀ ਲਿਖਿਆ ਕਈ ਜਨਮ ਹੈ ਕੀਟ ਪਤੰਗਾ, ਮੈਂ ਕਈ ਕੀਟ ਪਤੰਗਾ ਬਣਿਆ, ਕਈਆਂ ਦਾ ਮਾਂ ਬਣਿਆ, ਪਿਓ ਬਣਿਆ, ਧੀ ਬਣਿਆ। ਇਸੇ ਹੀ ਤਰ੍ਹਾਂ ਆਪਾਂ ਬਹੁਤ ਪੁਰਾਣੇ ਆ। ਜੇਕਰ ਆਪਾਂ ਉਲਝੇ ਹੀ ਰਹਿੰਦੇ ਹਾਂ ਔਰ ਜੀਵਨ ਦਾ ਕੋਈ ਮਕਸਦ ਹੀ ਨਹੀਂ ਸਮਝਦੇ, ਔਰ ਸਭ ਤੋਂ ਵੱਡੀ ਗੱਲ ਆ ਧਾਰਮਿਕ ਹੋਣਾ ਬਾਹਰੀ ਤੌਰ ਤੇ ਅੰਦਰੋਂ ਹੋਣਾ ਬੜਾ ਅੰਤਰ ਹੈ। ਕਿਉਂਕਿ ਅੰਦਰ ਹੋਣਾ ਇੱਕ ਅਵਸਥਾ ਹੈ, ਉਹਦੇ ਵਿੱਚ ਤੁਹਾਨੂੰ ਬਾਣੀ ਕਹੂਗੀ ਕਿ ਚਰਨਜੀਤ ਤੇਰੀ ਜ਼ਿੰਦਗੀ ਦੀ ਪ੍ਰੋਗਰੈਸ ਕੀ ਹੈ, ਮਤਲਬ ਆਊਟਪੁੱਟ ਕੀ ਹੈ। ਜੇ ਤੇ ਆਊਟਪੁੱਟ ਨਹੀਂ ਨਿਕਲਦੀ, ਇਹ ਕੋਈ ਮੈਟਰ ਨਹੀਂ ਕਰਦਾ ਕਿ ਧਰਮ ਦੇ ਮੈਟਰ 'ਚ ਮੈਂ 100 ਸਾਲ ਤੋਂ ਭਗਤੀ ਕਰਨੀ ਹੈ, ਕਿਉਂਕਿ ਪ੍ਰੋਗਰੈਸ ਹੀ ਨਹੀਂ ਹੁੰਦੀ। ਜਸਟ ਪ੍ਰੋਗਰੈਸ ਦਾ ਮਤਲਬ ਇਹ ਹੈ ਕਿ ਮੈਂ ਇੱਥੇ ਸੜਕ ਬਣਾਉਂਦੇ ਆ, ਜਦੋਂ ਸੜਕ ਬਣਦੀ ਨਹੀਂ ਪਈ
ਭਾਵੇਂ ਮੈਂ ਕਰੋੜ ਸਾਲ ਤੋਂ ਬਣਾਉਂਦੇ ਆ ਉਹ ਤੇ ਉਹਦਾ ਜ਼ੀਰੋ ਹੀ ਉਹਦੀ ਆਊਟਪੁੱਟ ਹੈ। ਬਿਲਕੁਲ ਜ਼ੀਰੋ ਹੈ। ਹਾਂ, ਜਦੋਂ ਚੀਜ਼ ਤਿਆਰ ਹੀ ਨਹੀਂ ਹੋਣ ਦੀ ਬਣ ਕਹਿੰਦੀ ਹੈ ਕਾਮ ਕ੍ਰੋਧ ਆ, ਲੋਭ ਮੋਹ ਹੰਕਾਰ ਆ, ਤੂੰ ਨਿਰਮਲ ਹੋ ਜਾਏਗਾ। ਪਰ ਨਿਰਮਲ ਹੋਣਾ ਤੇ ਸਾਡੇ ਜੀਵਨ ਚ ਆਉਣਾ ਚਾਹੀਦਾ ਵਾ ਜੇ ਬੰਦਗੀ ਕਰ ਰਹੇ ਆ। ਜੇ ਨਹੀਂ ਨਿਰਮਲ ਹੋ ਰਹੇ, ਕਹਿਣ ਤੋਂ ਭਾਵ ਆ ਜਿਵੇਂ ਕੱਪੜਾ ਧੋ ਰਿਹਾ, ਮੈਨੂੰ ਨਿੱਜਰ ਸਾਹਿਬ ਨੇ ਕਿਹਾ ਕਿ ਚਰਨਜੀਤ ਸਾਬਣ ਲੈ, ਬੜਾ ਵਧੀਆ ਸਾਬਣ ਹੈ। ਹੁਣ ਮੈਂ 10-12 ਸਾਲ ਤੋਂ ਉਹੀ ਸਾਬਣ ਵਰਤ ਰਿਹਾ। ਕੱਪੜਾ ਤੇ ਗੰਦੇ ਦਾ ਗੰਦਾ ਹੀ ਆ। ਇਹ ਸਵਾਲ ਵਿਚਾਰ ਨਹੀਂ ਕਰਨਾ, ਸਾਡੇ ਤੇ ਬੁੱਧੀ ਕੀ ਉਹਨੇ ਤੇ ਕਹਿਣਾ ਚਾਹੀਦਾ ਨਾ ਕਿ ਜਾਂ ਤੇ ਮੇਰੇ ਧੋਣ ਦਾ ਤਰੀਕਾ ਗਲਤ ਆ ਤੇ ਜਾਂ ਫਿਰ ਸਾਬਣ ਚ ਖਰਾਬੀ। ਬਿਲਕੁਲ ਸਹੀ ਗੱਲ। ਪਰ ਜੇ ਸਾਬਣ ਮੈਨੂੰ ਧੋਣ ਦਾ ਤਰੀਕਾ ਮੰਨ ਲਓ ਗਲਤ ਆ, ਪਰ ਸਾਬਣ ਦਾ ਕੰਮ ਹੈਗਾ ਥੋੜੀ ਬਹੁਤੀ ਸਫਾਈ ਤੇ ਕਰੂਗਾ ਹੀ ਨਾ ਉਹ। ਜੇ ਨਹੀਂ ਕਰ ਰਿਹਾ ਤੇ ਸਾਬਣ ਕੀ ਗੜਬੜਿਆ। ਹਾਂਜੀ ਨਿਜਰ ਸਾਹਿਬ ਅੱਜ ਦੀ ਵਿਚਾਰੇ ਸੀ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਬਹੁਤ ਵਧੀਆ। ਹਾਂਜੀ ਵੀਰ ਜੀ, ਹੈਲੋ। ਹਾਂਜੀ ਹਾਂਜੀ ਹਾਂ ਵੀਰ ਜੀ, ਮੈਂ ਅਰਦਾਸ ਕਰਵਾਉਣੀ ਸੀ। ਮੇਰਾ ਨਾ ਭਤੀਜਾ ਅੰਗਦ ਦੀਪ ਨਾ ਬਹੁਤ ਬਿਮਾਰ ਆ, ਉਹਨੂੰ ਟਾਈਫਾਇਡ ਹੋਇਆ ਆ, ਉਹਦੇ ਲਈ ਅਰਦਾਸ ਕਰੋ ਠੀਕ ਹੋ ਜਾਏ। ਠੀਕ ਹੈ, ਕਰ ਦਿੰਦੇ ਅਰਦਾਸ। ਹਾਂਜੀ।